ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਪਾਲ ਕਿਰਪਾ ਕਰਾਏ। ਸਗਲ ਗੁਣਾ ਕੇ ਦਾਤੇ ਸੁਆਮੀ, ਬਿਨੋ ਸੁਨਹੁ ਇਕ ਦੀਨਾ। ਦੇਹੋ ਦਰਸ ਨਾਨਕ ਬਲਿਹਾਰੀ, ਜਿਹੜਾ ਬਲ ਬਲ ਕੀਨਾ। ਜਿਹੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਾਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਕਹੋ ਟਲ ਗੁਰ ਸੇਵੀਐ, ਇੱਕ ਮੈਂ ਕਰੋੜ ਅਹਨਸ ਸਹਿਜ ਸੁਭਾਏ। ਦਰਸ਼ਨ ਪਰਸਿਆਇ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆਇ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਤਰਨ ਤਾਰਨ ਹਰ ਨਿਧ, ਦੁਖ ਨਾ ਸਕੈ ਵਿਆਪ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਤਰਨ ਤਾਰਨ ਹਰ ਨਿਧ, ਦੁਖ ਨਾ ਸਕੈ ਵਿਆਪ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਝੈ। ਇਹ ਜਤਨ ਕਾਟ ਕਲ ਕਾਲ, ਰਹਾਉ ਆਦ ਅੰਤ ਦਇਆਲ ਪੂਰਨ। ਤਿਸ ਬਿਨਾ ਨਹੀਂ ਕੋਏ, ਜਨਮ ਮਰਨ ਨਿਵਾਰ ਹਰ ਜਪ। ਸਿਮਰ ਸੁਆਮੀ ਸੋਏ, ਵੇਦ ਸਿਮਰਤ ਕਥੈ ਸਾਸਤ। ਭਗਤ ਕਰਹਿ ਵਿਚਾਰ, ਮੁਕਤ ਪਾਈਐ ਸਾਧ ਸੰਗਤ। ਬਿਨਸ ਜਾਏ ਅੰਧਾਰ, ਚਰਨ ਕਮਲ ਆਧਾਰ ਜਨ ਕਾ। ਰਾਸੇ ਪੂੰਜੀ ਏਕ, ਤਾਨ ਮਾਨ ਦੀਵਾਨ ਸਾਚਾ। ਨਾਨਕ ਕੀ ਪ੍ਰਭ ਟੇਕ, ਚਰਨ ਕਮਲ ਆਧਾਰ ਜਨ ਕਾ। ਰਾਸੇ ਪੂੰਜੀ ਏਕ, ਤਾਣ ਮਾਨ ਦੀਵਾਨ ਸਾਚਾ। ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰਣਾ ਨਿਧਾਨ, ਦੀਨਾ ਬੰਧੂ ਪਲਕ ਦੇ ਦਿਓ। ਨਿਰੰਜਣੀ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਦਾ ਸਦਕਾ ਪ੍ਰਬੰਧਕ ਸੇਵਾਦਾਰਾਂ ਦਾ ਸ੍ਰੇਸ਼ਟ ਉਦਮ, ਸੰਗਤਾਂ ਦਾ ਪਿਆਰ ਔਰ ਬੜੀ ਸ਼ਰਧਾ ਭਗਤੀ ਦੇ ਨਾਲ ਜੋ ਇਸ ਮਹੀਨੇ ਵਿੱਚ ਆਉਣ ਵਾਲੇ ਸਾਕੇ ਹਨ, ਸ਼੍ਰੀ ਅਨੰਦਪੁਰ ਸਾਹਿਬ ਦਾ, ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ ਔਰ ਇਸ ਤਰ੍ਹਾਂ ਮਾਛੀਵਾੜਾ, ਇਹ ਸਾਰਾ ਇਤਿਹਾਸ ਸ਼ਹੀਦਾਂ ਦੇ ਕਾਰਨਾਮਿਆਂ ਨਾਲ ਭਰਪੂਰ ਹੈ। ਪਿਛਲੇ ਦਿਨਾਂ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 400 ਸਾਲਾ ਸ਼ਹੀਦੀ ਗੁਰਪੁਰਬ, ਉਸ ਨੂੰ ਸਮਰਪਿਤ ਸਮਾਗਮ ਚੱਲਦੇ ਆ ਰਹੇ ਹਨ। ਇਹ ਪੋਹ ਦਾ ਜੋ ਮਹੀਨਾ, ਇਹਦੇ ਨਾਲ ਗੁਰੂ ਮਹਾਰਾਜ ਦਾ, ਸਾਹਿਬਜ਼ਾਦਿਆਂ ਦਾ, ਸ਼ਹੀਦ ਸਿੰਘਾਂ ਦਾ ਇਤਿਹਾਸ ਜੁੜਿਆ ਹੋਇਆ ਹੈ। ਗਿਆਨੀ ਜੀ ਨੇ ਬੜੇ ਪ੍ਰੇਮ ਦੇ ਨਾਲ ਆਪ ਜੀ ਨੂੰ ਗੁਰੂ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ ਮੁੱਖ ਵਾਕ ਸਰਵਣ ਕਰਾਏ ਹਨ। ਸੰਗਤਾਂ ਦਾ ਅਥਾਹ ਪਿਆਰ ਔਰ ਸ਼ਰਧਾ ਔਰ ਪ੍ਰਬੰਧਕਾਂ ਦੀ ਵੀ ਬੜੀ ਲਗਨ ਸੀ। ਸੋ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਮਾਂ ਬਖਸ਼ਿਸ਼ ਕੀਤਾ ਹੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਭਾਗਾਂ ਦੇ ਨਾਲ ਸ੍ਰੇਸ਼ਟ ਸੰਗਤ ਮਿਲਦੀ ਹੈ। ਕੁ ਸੰਗਤ ਤਾਂ ਹਰ ਥਾਈਂ ਕੋਲਿਆਂ ਦੇ ਟੋਲੇ ਬੈਠੇ, ਜਿੱਥੇ ਦਿਨ ਰਾਤ ਨਿੰਦਿਆ, ਚੁਗਲੀ, ਝੂਠ, ਫਰੇਬ, ਤਾਸਾਂ, ਜੂਏ ਖੇਲਦੇ, ਸ਼ਰਾਬਾਂ, ਖੁਆਬਾਂ, ਨਸ਼ੇ ਪੱਤੇ, ਡਾਂਸ, ਨਾਚ, ਮੁਜਰੇ, ਭੰਗੜੇ, ਸਿਨੇਮਿਆਂ ਵਿੱਚ, ਕਲੱਬਾਂ ਵਿੱਚ, ਥੀਏਟਰਾਂ ਵਿੱਚ ਦਿਨ ਰਾਤ ਕੀ ਕੁਝ ਚੱਲ ਰਿਹਾ ਹੈ। ਪਰ ਜਿਹੜੀ ਸੰਗਤ ਹੈ, ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ। ਸੰਗਤ ਕਰੀਏ ਸਾਧੂ ਕੀ ਬੰਦਿਓਂ ਕਰੇ ਖੁਦਾ, ਲੋਹਾ ਕੰਚਨ ਹੋਤ ਹੈ ਪਾਰਸ ਸੰਗ ਮਲਾਏ। ਔਰ ਕਬੀਰ ਸਾਹਿਬ ਜੀ ਨੇ ਬਾਣੀ 'ਚ ਦੱਸਿਆ, ਕਬੀਰ ਸਾਹਿਬ ਨੂੰ ਕਹਿੰਦੇ ਤੂੰ ਬੜਾ ਵਿਗੜਿਆ ਹੋਇਆ, ਅਤੇ ਮਹਾਂਪੁਰਖ ਵਿਚਾਰ ਨੇ ਗੱਲ ਸਮਝਾ ਦਿੰਦੇ। ਇਹ ਗੰਗਾ ਦੇ ਨਾਲ ਨਦੀ ਵਿਗੜੀ, ਉਹ ਗੰਗਾ ਦਾ ਰੂਪ ਬਣ ਗਈ ਹੈ। ਪਾਰਸ ਨਾਲ ਤਾਂਬਾ ਵਿਗੜਿਆ, ਉਹ ਸੋਨਾ ਬਣ ਗਿਆ। ਔਰ ਬਾਵਨ ਚੰਦਨ ਦੇ ਨਾਲ ਦੂਏ ਦਰਖਤ ਵਿਗੜੇ ਆ, ਚੰਦਨ ਹੋ ਗਿਆ। ਕਬੀਰ ਚੰਦਨ ਕਾ ਬਿਰਹਾ ਭਲਾ, ਬਿਰਵਾ ਭਲਾ, ਬੇੜਿਓਂ ਢਾਕ ਪਲਾਸ, ਉਹ ਵੀ ਚੰਦਨ ਹੋਏ ਰਹੇ, ਬਸ ਹੈ ਜੋ ਚੰਦਨ ਪਾਸ। ਹੁਣ ਆਪਣਾ ਦੱਸਦੇ, ਸੰਤਨ ਸੰਗ ਕਬੀਰਾ ਵਿਗੜਿਓ। ਕਹਿੰਦੇ ਤੁਸੀਂ ਵਿਗੜਿਆ ਦੱਸ ਦਿਓ। ਠੀਕ ਹੈ, ਦੁਨੀਆ ਵੱਲੋਂ ਮੈਂ ਵਿਗੜਿਆ ਸੰਤਾਂ ਦੀ ਸੰਗਤ ਕਰਕੇ, ਪਰ ਬਣਿਆ ਕਿ ਸੋ ਕਬੀਰ ਰਾਮੈ ਹੋਏ ਨਿਬਰਿਓ।
ਉਹ ਜਿਹੜਾ ਕਬੀਰ ਸੀ ਨਾ, ਉਹ ਰਾਮ ਪਰਮਾਤਮਾ ਦਾ ਸਰੂਪ ਹੋ ਕੇ ਨਿਬੜਿਆ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਖਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਅਬ ਤੋ ਜਾਇ ਚੜ੍ਹੈ ਸੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਇ ਨਾ ਸਕੈ ਪਛਾਣੇ। ਕਹਿੰਦੇ ਹੁਣ ਤੁਸੀਂ ਵਿਗੜਿਆ ਜਾਣ ਲਓ ਜਾਂ ਸੁਧਰਿਆ ਜਾਣ ਲਓ, ਸੰਗਤ ਨੇ ਇਹ ਸਰੂਪ ਦਿੱਤਾ ਹੈ। ਇਸ ਕਰਕੇ ਸਤਸੰਗੀਓ, ਜਿਹੜੀ ਇਹ ਗੁਰੂ ਮਹਾਰਾਜ ਦੇ ਦਰਬਾਰ ਦੀ ਸੰਗਤ ਹੈ, ਬੈਕੁੰਠ ਨਗਰ ਜਹਾਂ ਸੰਤ ਵਾਸਾ, ਕਿਆ ਕਰੂੰ ਬੈਕੁੰਠ ਲੈ ਕਲਪ ਬਿਰਖ ਦੀ ਛਾਂ, ਰਹਿਸਨ ਢਾਕ ਸੁਹਾਨੇ ਜਹਾਂ ਪ੍ਰੀਤਮ ਗਾਲਵਾ। पहले मन कागा था जीवन करता घात, अब तो मन हंसा पाया चुन चुन मोती खात। ਪਹਿਲਾਂ ਜਦੋਂ ਸੰਗਤ ਨਹੀਂ ਸੀ ਕਰਦਾ, ਇਹਦੀ ਕਾਂ ਵਾਲੀ ਬਿਰਤੀ ਸੀ। ਲੋਭੀ ਜੰਤ ਨ ਜਾਣੀ ਪੱਖ ਪੱਖ ਸਭ ਖਾਏ। ਖਾਣਾ ਵੀ ਮਾੜਾ ਸੀ, ਆਹਾਰ ਵੀ ਮਾੜਾ ਸੀ, ਵਿਹਾਰ ਵੀ ਮਾੜਾ ਸੀ, ਅਤੇ ਫਿਰ ਆਚਾਰ ਚਾਲ ਚੱਲਣ ਵੀ ਮਾੜਾ ਹੀ ਹੋਣਾ ਸੀ। ਅਤੇ ਹੁਣ ਕਹਿੰਦੇ ਜਦ ਦੇ ਸੰਗਤ ਕਰਨ ਲੱਗੇ ਹਨ, ਉਹ ਜਿਹੜਾ ਜਗ ਕਊਆ ਮੁਖ ਚੁੰਝ ਗਿਆਨ। ਅੱਗੇ ਤਾਂ ਦਿਨ ਰਾਤ ਕਾਂ ਵਾਲੀ ਚੁੰਝ ਲੱਗੀ ਸੀ, ਨਿੰਦਿਆ ਚੁਗਲੀ ਕਰਦੇ ਸੀ। ਜਦ ਦੀ ਹੁਣ ਗੁਰੂ ਕੀ ਸੰਗਤ, ਮਹਾਂਪੁਰਸ਼ਾਂ ਦੀ ਸੰਗਤ ਮਿਲ ਗਈ ਹੈ, ਇਸ ਮੂੰਹ ਦੇ ਨਾਲ ਹੁਣ ਪਰਮਾਤਮਾ ਦੀ ਉਸਤਤ ਕਰਨ ਵਾਲੇ ਬਣ ਗਏ ਹਾਂ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੇਹ ਜੀਓ। ਔਰ ਉਸ ਤੋਂ ਬਾਅਦ ਫਿਰ ਇਹ ਆਪਣੇ ਜੀਵਨ ਦਾ ਘਾਤ ਕਰ ਰਿਹਾ ਸੀ। ਅਬ ਤੋਂ ਮਨ ਹੰਸਾ ਪਿਆ, ਹੁਣ ਇਹ ਹੰਸ ਦੀ ਨਿਆਈ ਹੋ ਗਿਆ। ਜਿਵੇਂ ਹੰਸ ਜਿਹੜਾ ਦੁੱਧ ਪਾਣੀ ਵੱਖਰਾ ਕਰ ਦਿੰਦਾ, ਉਹਦੀ ਚੁੰਝ ਵਿੱਚ ਖਟਿਆਈ ਹੁੰਦੀ ਹੈ। ਜਿਹੜੇ ਉਹ ਦੁੱਧ 'ਚ ਪਾਉਂਦਾ ਫੁੱਟ ਜਾਂਦਾ, ਫੁੱਟੀਆਂ ਖਾ ਲੈਂਦਾ ਅਤੇ ਪਾਣੀ ਜੁਦਾ ਰਹਿ ਜਾਂਦਾ। ਇੱਥੇ ਹੰਸ ਦਾ ਕੀ ਮਤਲਬ, ਸੱਤ ਅਤੇ ਅਸੱਤ ਦੀ ਵਿਚਾਰ ਕਰਨ ਵਾਲਾ ਬਣ ਗਿਆ। ਅਸੱਤ ਝੂਠ ਨੂੰ ਛੱਡ ਦਿੱਤਾ, ਸੱਚ ਜਿਹੜਾ ਸੀ ਉਹਨੂੰ ਗ੍ਰਹਿਣ ਕਰ ਲਿਆ। ਔਰ ਇਸ ਵਾਸਤੇ ਐਸੀ ਅਵਸਥਾ ਸੰਗਤ ਵਿੱਚ ਆ ਕੇ ਜੀਵ ਦੀ ਬਣ ਜਾਂਦੀ ਹੈ। ਤਾਂ ਹੀ ਮਹਾਰਾਜ ਨੇ ਕਿਹਾ ਸਾਧੂ ਸੰਗਤ ਗੁਰਹਿ ਬਤਾਈ। ਗੁਰੂ ਸਾਹਿਬ ਨੇ ਸਾਧੂ ਜਨਾਂ ਦੀ, ਮਹਾਂਪੁਰਸ਼ਾਂ ਦੀ, ਵਿਦਵਾਨ ਤੱਤਵੇਤਿਆਂ ਦੀ ਸੰਗਤ ਕਰਨ ਦੀ ਸਿੱਖਿਆ ਦਿੱਤੀ ਹੈ। ਸੱਤੀ ਪੈਰੀ ਸੱਤ ਭਲਾ, ਬਹੀਐ ਪੜ੍ਹਿਆ ਪਾਸ, ਉੱਥੈ ਪਾਪ ਪੁੰਨ ਵਿਚਾਰੀਏ, ਕੂੜੇ ਘਟੇ ਰਾਸ। ਕੂੜ ਦੀ ਰਾਸੀ ਘਟਦੀ ਹੈ, ਸੱਚ ਦੀ ਰਾਸ ਪੂੰਜੀ ਜਿਹੜੀ ਹੈ ਵੱਧਦੀ ਹੈ। ਮੇਰੇ ਮਾਧਵ ਜੀ ਸਤ ਸੰਗਤ ਮਿਲੈ ਸੋ ਤਰਿਆ। ਪਰ ਅੱਜ ਕਲਯੁਗ ਦਾ ਪ੍ਰਭਾਵ ਹੈ ਕਿ ਖੋਟੇ ਕੋ ਖਰਾ ਕਹਿ, ਖਰੇ ਸਾਰ ਨ ਜਾਣੈ, ਅੰਧੇ ਕਾ ਨਾਮ ਪਾਰਖੂ, ਕਲੀ ਕਾਲ ਬੜਨ। ਖੋਟੇ ਨੂੰ ਖਰਾ ਕਹਿ ਰਿਹਾ, ਖਰੇ ਨੂੰ ਖੋਟਾ ਕਹਿ ਰਿਹਾ। ਜਿਹੜਾ ਅੰਧਾ ਅਗਿਆਨੀ ਹੈ ਉਹਨੂੰ ਕਹਿੰਦਾ ਬੜਾ ਪਾਰਖੂ। ਇਹ ਕਲਯੁਗ ਦਾ ਵਡਾਣਵੇਂ ਨੇ ਬੜਾ ਆਸ਼ਚਰਜ ਐਸਾ ਪ੍ਰਭਾਵ ਬਣਿਆ ਹੋਇਆ, ਕਿਉਂਕਿ ਬਹੁਤੀ ਦੁਨੀਆ ਜਿਹੜੀ ਉਹ ਇਸ ਪਾਸੇ ਤੁਰੀ ਹੋਈ ਹੈ। ਉਹਨਾਂ ਕੋਲ ਬਸ ਉਹ ਰੌਲਾ ਰੱਪਾ ਹੁੰਦਾ।
ਪਰ ਧੰਨ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਿਹਟ, ਇਹਦਾ ਰਹੇ ਸੁਬਰੇ ਨਾਨਕ ਅੱਜ ਵਡਿਠ। ਚੱਕੀ ਦੇ ਦੋ ਪੁੜ ਚੱਲਦੇ ਹਨ, ਜਿਹੜੇ ਤਾਂ ਦਾਣੇ ਥੱਲੇ ਆ ਗਏ ਉਹ ਮੈਦਾ ਦੇ ਦਫਾੜ ਬਣ ਜਾਂਦੇ, ਅਤੇ ਜਿਹੜੇ ਕਿੱਲੀ ਨਾਲ ਜੁੜ ਗਏ ਕੀਲੀ ਦੇ ਨਾਲ ਜੁੜ ਗਏ ਨਾ, ਉਹ ਬਚ ਜਾਂਦੇ ਆ। ਕਲਯੁਗ ਦੇ ਵਿੱਚ ਰਾਗ ਦਵੈਸ਼ ਦੇ ਦੋ ਪੁੜ ਚੱਲ ਰਹੇ ਆ, ਅਤੇ ਜਿਹੜੇ ਤਾਂ ਗੁਰੂ ਦੀ ਸਿੱਖਿਆ ਗੁਰਬਾਣੀ ਨਾਲ ਜੁੜ ਗਏ ਨਾ, ਉਹ ਤਾਂ ਬਚ ਜਾਣਗੇ। ਨਹੀਂ ਤਾਂ ਫਿਰ ਕਹਿੰਦੇ ਸੌ ਸਾਖੀ 'ਚ ਬਚਨ ਆਉਂਦਾ ਨਾ, ਦੁਆਬਾ ਦਲੀਆ ਮਾਲਵਾ ਦੁਫਾੜ ਅਤੇ ਮਾਝਾ ਮਲੀਆ ਮੇਟ। ਇਹ ਸੌ ਸਾਖੀ 'ਚ ਬਚਨ ਆਉਂਦੇ ਆ, ਪਰ ਬਚਾਂਗੇ ਕਦੋਂ? ਜੇ ਗੁਰਬਾਣੀ ਦਾ ਆਸਰਾ ਲਵਾਂਗੇ। ਕਿਉਂਕਿ ਕਲਯੁਗ ਦੇ ਵਿੱਚ ਇੱਕ ਬਾਣੀ ਹੈ, ਬਾਣੀ ਰੋਕਿਆ ਰਹਿ ਦੁਆਰ, ਗੁਰ ਕਾ ਸ਼ਬਦ ਮਨੈ ਅਸਤੰਭਨ। ਮਨ ਨੂੰ ਆਸਰਾ ਢਾਰਸ ਦੇਣ ਵਾਲੀ ਚੀਜ਼ ਗੁਰੂ ਦਾ ਸ਼ਬਦ ਹੈ। ਸ਼ਬਦ ਦੀ ਕਮਾਈ ਕਰਨੇ ਨਾਲ ਮਨ ਦੇ ਪਾਪ ਭਰਮ ਅਗਿਆਨਤਾ ਦੇ ਪਰਦੇ ਦੂਰ ਹੁੰਦੇ ਆ। ਸ਼ਬਦ ਦੇ ਵਿੱਚ ਐਸੀ ਵੱਡੀ ਤਾਕਤ ਹੈ। ਸੋ ਗੁਰੂ ਸਾਹਿਬ ਨੇ ਸ਼ਬਦ ਨੂੰ ਪ੍ਰਧਾਨਤਾ ਦਿੱਤੀ ਹੈ। ਕਈਆਂ ਨੇ ਧਰਮ ਸਥਾਨਾਂ 'ਤੇ ਕੋਈ ਨਾ ਕੋਈ ਸਟੈਚੂ ਰੱਖੇ, ਮੂਰਤੀਆਂ ਸਥਾਪਿਤ ਕੀਤੀਆਂ। ਜਦੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਸਰੋਵਰ ਸਾਹਿਬ ਦੀ ਸੇਵਾ ਸੰਪੂਰਨ ਕੀਤੀ, ਇੱਧਰ ਸ਼੍ਰੀ ਰਾਮਸਰ ਦੇ ਸਥਾਨ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤਿਆਰ ਕਰਾਇਆ। ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਇਸ ਦਰਬਾਰ ਸਾਹਿਬ ਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਮੂਰਤੀ ਸਥਾਪਨ ਕਰੋਗੇ, ਜਾਂ ਆਪ ਜੀ ਤੋਂ ਜਿਹੜਾ ਪਹਿਲਾਂ ਗੁਰੂ ਸਾਹਿਬ ਉਹਨਾਂ ਦੇ ਸਰੂਪ, ਜਾਂ ਆਪ ਆਸਣ ਲਾ ਕੇ ਦਰਸ਼ਨ ਦੇ ਕੇ ਸੰਗਤ ਨੂੰ ਕਰਤਾਰਥ ਕਰਿਆ ਕਰੋਗੇ। ਮਹਾਰਾਜ ਕਹਿੰਦੇ ਨਹੀਂ, ਇੱਥੇ ਸ਼ਬਦ ਗੁਰੂ ਦਾ ਪ੍ਰਕਾਸ਼ ਹੋਏਗਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਉਸ ਦਿਨ ਨੂੰ ਆਪਾਂ ਮਨਾਉਂਦੇ ਹਾਂ, ਕਹੀਦਾ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ। ਗੱਜ ਕੇ ਬੋਲੋ ਸਤਿਨਾਮ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਅਤੇ ਉੱਥੇ ਮਹਾਰਾਜ ਨੇ ਫਿਰ ਬਾਬਾ ਬੁੱਢਾ ਸਾਹਿਬ ਨੂੰ ਇਹ ਤਾਬਿਆਂ ਦੀ ਸੇਵਾ ਦਿੱਤੀ। ਸਰੰਦਾ ਫੜ ਕੇ ਆਪ ਕੀਰਤਨ ਕੀਤਾ, ਗਾਂ ਪਰੰਪਰਾ ਚਲਾਈ ਨਰੋਲ ਗੁਰਬਾਣੀ ਦਾ ਕੀਰਤਨ। ਕਥਾ ਵੀ ਮੰਜੀ ਸਾਹਿਬ ਹੈ, ਇਹ ਬੋਲਣ ਵਾਲੇ ਤੋਂ ਕੋਈ ਗੱਲਬਾਤ ਵਾਧੂ ਘੱਟੂ ਵੀ ਬੋਲੀ ਜਾ ਸਕਦੀ ਹੈ, ਪਰ ਦਰਬਾਰ ਸਾਹਿਬ ਦੇ ਅੰਦਰ ਨਰੋਲ ਹਰੀ ਜਸ ਚਾਹੀਦਾ। ਗੱਜ ਕੇ ਬੋਲੋ। ਦੇਖੋ ਮਹਾਰਾਜ ਦੀ ਸੋਚ ਕਿੰਨੀ ਕਿਰਪਾ ਕਰਕੇ। 4 ਦਰਵਾਜ਼ੇ ਰੱਖੇ, ਸਾਈਂ ਮੀਆਂ ਮੀਰ ਜੀ ਤੋਂ ਨੀ ਰਖਾਈ ਏਕਤਾ। ਅੱਜ ਲੋਕਾਂ ਨੂੰ ਏਕਤਾ ਵਾਲਾ ਘਰ ਚੰਗਾ ਨਹੀਂ ਲੱਗਦਾ। ਆ ਹੁਣ ਵਾਕਿਆ ਦੇਖ ਹੀ ਲਿਆ, ਹੋਇਆ ਤਾਂ ਅੱਗੇ ਵੀ ਬਹੁਤ ਕੁਛ ਹੈ, ਹਾਲੇ ਵੀ ਹਟ ਨਹੀਂ ਰਿਹਾ। ਦੁਨੀਆ ਕਿਹੜੇ ਪਾਸੇ ਤੁਰੀ? ਇੱਕ ਪਾਸੇ ਉਹ ਪ੍ਰੇਮੀ ਆਉਂਦੇ ਆ, ਉਹ ਦੁੱਖ ਭੰਜਨੀ ਬੇਰੀ ਸਾਹਿਬ ਹਰਸਰ ਤੀਰਥ ਸਰੋਵਰ ਸਾਹਿਬ ਦੇ ਇਸ਼ਨਾਨ ਕਰਦੇ ਪੜ੍ਹਦੇ ਆ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਅਤੇ ਕਈ ਇੱਥੇ ਆ ਕੇ ਪਾਪ ਦੀ ਪੰਡ ਚੱਕਣ ਵਾਸਤੇ ਆਉਂਦੇ, ਅਤੇ ਪੰਡ ਚੁੱਕਣੀ
ਜਦੋਂ ਕੁੱਤੇ ਦੀ ਮੌਤ ਆਉਂਦੀ ਨਾ, ਉਹ ਜਾ ਕੇ ਫਿਰ ਮਸੀਤੇ ਮੂਤਦਾ। ਇਹ ਹਾਲ ਇਹਨਾਂ ਮਨਮੁਖਾਂ ਦਾ ਬਣਿਆ ਹੋਇਆ। ਉਹ ਕਹਿੰਦੇ ਇੱਕ ਚੋਰ ਲੜਕੇ ਨੂੰ ਲੈ ਕੇ ਚੋਰੀ ਕਰਨ ਗਿਆ, ਤੇ ਚੁਬਾਰੇ 'ਚ ਦੀਵਾ ਬਲ ਰਿਹਾ। ਕਹਿੰਦੇ ਕੀ ਦੇਖ ਤੂੰ? ਕਹਿੰਦਾ 21 ਵਾਰੀ ਇਹ ਘਰ ਲੁੱਟਿਆ, ਇੱਥੇ ਹਾਲੇ ਦੀਵਾ ਬਲਿਆ, ਤੇ ਅਸੀਂ ਲੁੱਟ ਕੇ ਭਰਿਆ, ਸਾਡੇ ਦੀਵਾ ਗੁੱਲ ਹੋਇਆ, ਬੁਝਿਆ ਹੋਇਆ। ਜਿਹੜੇ ਚੋਰ ਬੰਦੇ ਨਾ, ਫੋਨ ਦੀਆਂ ਤਾਰਾਂ ਕੱਟਣਗੇ, ਬਿਜਲੀ ਦਾ ਕਨੈਕਸ਼ਨ ਕੱਟਣਗੇ। ਅੱਜ ਕੱਲ੍ਹ ਆ ਕੀ ਆਪਣੇ ਲਾਏ ਹੋਏ ਕੈਮਰੇ ਸ਼ੈਮਰੇ, ਇਹਨਾਂ ਦੀਆਂ ਤਾਰਾਂ ਵੱਢਣਗੇ। ਅਤੇ ਇਹ ਜਿਹੜਾ ਘਰ ਆ, ਇੱਥੇ ਦੀਵਾ ਜਾ ਕਿਉਂ ਰਿਹਾ, ਇਹਨੂੰ ਬੁਝਾਇਆ ਜਾਵੇ। ਪਰ ਦੂਜਾ ਦੀਵਾ ਤਾਂ ਬੁਝੂ, ਇਹ ਤਾਂ ਗਿਆਨ ਦਾ ਦੀਵਾ ਹੈ, ਬੁਝਣ ਵਾਲਾ ਨਹੀਂ। ਸਤਿਗੁਰ ਸ਼ਬਦ ਹਜ਼ਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਦੀਵਾਲੀ ਦਾ ਤਿਉਹਾਰ ਸੀ। ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਮਹਾਂਪੁਰਖ ਕਹਿੰਦੇ, ਮਹਾਰਾਜ ਦੇਖੋ ਬਾਹਰ ਕੈਸੀ ਦੀਪਮਾਲਾ ਹੈ, ਕੈਸੇ ਦੀਵੇ ਜਗ ਰਹੇ ਹੈ। ਉਹ ਕਹਿੰਦੇ ਇਹਨਾਂ ਦੀਵਿਆਂ ਦਾ ਕੀ ਦੇਖਣਾ, ਥੋੜ੍ਹਾ ਚਿਰ ਜਗੇ ਬੁੱਝ ਜਾਣੇ ਆ। ਹੁਣ ਤਾਂ ਦੀਵਾ ਉਹ ਦੇਖ ਲਿਆ ਜਿਹੜਾ ਸਦਾ ਹੀ ਜਗਣ ਵਾਲਾ। ਕਿਹੜਾ ਦੀਵਾ? ਡੋਲੇ ਭਵਨ ਵੱਡਾ ਹੋਏ, ਜਾਪਿਆ ਜਿਉਂ ਸੰਘਾਸਣ ਰੋਏ। ਗੱਜ ਕੇ ਬੋਲੋ। ਇਹ ਗਿਆਨ ਦਾ ਦੀਵਾ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਸੋਖਿਆ ਚੂਕਾ, ਜਮ ਸਿਉ ਮੇਲ। ਲੋਕਾ ਮਤ ਕੋ ਪਕੜ ਪਾਏ। ਇਹ ਪਕੜ ਤਾਈਆਂ ਆ ਕੇ ਪਾਉਂਦੇ ਨਾ, ਖਰਾਬੜ ਤਾਈਆਂ ਕਰਦੇ ਆ। ਪਰ ਖਾਲਸਾ ਹੁਣ ਸੁਚੇਤ ਬਹੁਤ ਹੋ ਗਿਆ ਵੀ ਅੱਗੇ ਦੇਖ ਲਿਆ ਬਹੁਤ ਕੁਛ। ਹੁਣ ਖਾਲਸੇ ਨੇ ਕਾਨੂੰਨ ਆਪਣੇ ਹੱਥ 'ਚ ਲੈ ਲਿਆ ਕਿ ਦੇਖ ਲਿਆ ਕਾਨੂੰਨਾਂ ਨਾਲ ਤਾਂ ਬਣਦਾ ਕੁਝ ਨਹੀਂ। ਕਿਉਂਕਿ ਇੱਕ ਹੁੰਦਾ ਮੰਤਰ, ਇੱਕ ਹੁੰਦਾ ਜੰਤਰ, ਇੱਕ ਹੁੰਦਾ ਤੰਤਰ, ਅਤੇ ਖਾਲਸੇ ਕੋਲ ਇੱਕ ਹੋ ਰਿਹਾ, ਉਹਦਾ ਨਾਂ ਹੈ ਬਜੰਤਰ। ਬਜੰਤਰ ਇੱਕ ਮਹਾਂਪੁਰਖ ਹੁੰਦੇ ਸੀ, ਉੱਥੇ ਇੱਕ ਨਵਾਂ ਰਲ ਗਿਆ। ਨਿੰਦੇ ਵੀ ਖਾਣੇ, ਦੰਦ ਕਸਾਈ ਵੀ ਲੈਣੀ, ਫਿਰ ਭੰਡੀ ਕਰੀ ਜਾਣੀ। ਕੋਈ ਰਾਮ ਚੰਦਰ ਨਹੀਂ ਹੋਇਆ, ਕੋਈ ਹਨੂੰਮਾਨ, ਕੋਈ ਸੀਤਾ ਨਹੀਂ। ਉਹ ਕਹਿੰਦੇ ਮਹਾਰਾਜ ਨਾ ਤਾਂ ਨਿੰਦੇ ਛਕੀ ਜਾਂਦਾ, ਰਹਿੰਦਾ ਵੀ ਸਾਡੇ 'ਚ ਹੈ, ਅਤੇ ਕੰਮ ਕੀ ਕਰ ਰਿਹਾ, ਨਿੰਦਿਆ ਕਰ ਰਿਹਾ। ਕਹਿੰਦੇ ਕੋਈ ਨਹੀਂ, ਇਹਨੂੰ ਫੜ ਕੇ ਜੁੱਟ ਲਓ। ਜਿਹੜਾ ਆਵੀ ਦੇ ਟੋਟਰ ਵਿੱਚ ਇੱਕ ਪੌਲਾ ਮਾਰਿਆ ਕਰੋ, ਪੁੱਛਿਆ ਕਰੋ ਵੀ ਹੈਗੇ ਆ। ਜਿਹੜੇ ਪੌਲਾ ਪਏ, ਹਾਂਜੀ ਹੈਗੇ ਆ। ਇਹ ਹੁਣ ਲੋਕ ਇਸ ਲੈਕਦੇ ਹੈ। ਸੋ ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਸਮਤ ਬਖਸ਼ੇ। ਸੰਸਾਰ ਜਿੱਥੋਂ ਸਾਰੀ ਦੁਨੀਆ ਜਾ ਕੇ ਸ਼ਾਂਤੀ ਲੈਂਦੀ ਹੈ, ਅਤੇ ਪਾਪੀ ਲੋਕ ਦੇਖ ਲਓ ਕੀ ਕਰ ਰਹੇ, ਕਿੱਧਰ ਤੁਰੇ ਹੋਏ ਆ। ਕਿਉਂਕਿ ਅੱਗੇ ਸੁਣਿਆ ਕਿ ਰਮਾਇਣ ਕਾਲ ਵੇਲੇ ਵਿਸ਼ਵਾਮਿੱਤਰ ਯੱਗ ਕਰਦਾ ਸੀ, ਤੋ ਜਿਹੜੇ ਰਾਖਸ਼ ਸੀ ਨਾ, ਉਹਨੇ ਅੱਗੇ ਹੱਡ ਸੁੱਟ ਜਾਂਦੇ, ਗੰਦ ਸੁੱਟਣਾ ਲਿਆ। ਵਿਸ਼ਵਾਮਿੱਤਰ ਨੇ ਕਿਹਾ ਬੜੇ ਤੰਗ ਆ ਗਏ। ਫਿਰ ਜੀ ਉਹ ਧਰਸ਼ੇ ਦਰਬਾਰ ਪਹੁੰਚ ਗਏ। ਅੱਗੇ ਰਾਜੇ ਬੜੇ ਧਰਮੀ ਹੁੰਦੇ ਸੀ। ਮਹਾਂਪੁਰਖ ਆਏ, ਉੱਠੇ, ਸਤਿਕਾਰ ਲਿਆ, ਅੱਗੋਂ ਜੀ ਆਇਆ, ਬੈਠੋ ਮਹਾਰਾਜ, ਤਖਤ 'ਤੇ ਹੁਕਮ। ਕਹਿੰਦੇ ਮੈਨੂੰ ਸ਼੍ਰੀ ਰਾਮ ਚੰਦਰ ਅਤੇ ਲਛਮਣ ਦੇ ਦਿਓ। ਕਹਿੰਦੇ ਮਹਾਰਾਜ ਕਿਹੜੇ ਕੰਮ ਲਈ? ਕਹਿੰਦੇ ਰਾਖਸ਼ ਵਿਘਨ ਪਾਉਂਦੇ ਆ। ਕਹਿੰਦੇ ਮਹਾਰਾਜ ਤਾਂ ਹਾਲੇ ਬੱਚੇ ਆ, ਮੈਂ ਆਪ ਜਾਣਾ। ਕਹਿੰਦੇ ਨਹੀਂ, ਤੇਰੇ ਕਾਬੂ ਕਰਨ ਵਾਲੇ ਨਹੀਂ, ਇਹਨਾਂ ਨਹੀਂ ਕਰਨਾ, ਇਹ ਇਸੇ ਕੰਮ ਲਈ ਆਏ ਆ। ਫਿਰ ਉਹ ਲੈ ਕੇ ਗਏ। ਉਹਨੇ ਫਿਰ ਰਾਖਸ਼ਾਂ ਦਾ ਸਫਾਇਆ ਕੀਤਾ, ਉਹਦਾ ਜਗ ਸਪੂਰਨ ਕੀਤਾ। ਜਦੋਂ ਮਹਾਰਾਜ ਦੰਡਕ ਬਨ ਵਿੱਚ ਗਏ,
ਉੱਥੇ ਬੜੇ ਬੜੇ ਬੰਦਿਆਂ ਦੇ ਪਿੰਜਰਾਂ ਦੇ ਢੇਰ ਪਏ। ਜਿਹੜੇ ਪੁੱਛਿਆ ਤਰੇ ਰਿਸ਼ੀ ਨੂੰ, ਇਹ ਕਹਿੰਦੇ ਮਹਾਰਾਜ ਰਾਖਸ਼ਨ ਨੇ ਵੱਧ ਗਿਆ, ਇਹ ਨਹੀਂ ਸਾਧੂ ਸੰਤ ਨਹੀਂ ਬਖਸ਼ੇ, ਉਹਨਾਂ ਨੂੰ ਵੀ ਖਾ ਲਿਆ ਮਾਰ ਮਾਰ ਕੇ। ਮਹਾਰਾਜ ਫਿਰ ਆ ਗਿਆ ਜੋਸ਼, ਕਹਿੰਦੇ ਲਿਆ ਲਛਮਣ ਸਾਡਾ ਧਨੁਸ਼ ਫੜ ਲਿਆ। ਇੱਕ ਤੀਰ ਦੇ ਨਾਲ ਫਿਰ 14,000 ਰਾਖਸ਼ਾਂ ਦਾ ਸੁਪਾਇਆ ਕੀਤਾ। ਤੇ ਜਦੋਂ ਫਿਰ ਆ ਗਿਆ ਕਲਯੁਗ, 6ਵੇਂ ਪਾਤਸ਼ਾਹ, ਪਹਿਲਾ ਜੰਗ ਹੋਇਆ ਅੰਮ੍ਰਿਤਸਰ 9,000। ਉਸ ਤੋਂ ਬਾਅਦ ਫਿਰ ਹਰਗੋਬਿੰਦਪੁਰੇ 15,000 ਦਾ ਸੁਪਾਇਆ ਕੀਤਾ। ਫਿਰ ਗੁਰੂ ਸਾਹਿਬ ਮਹਾਰਾਜ 35,000 ਦਾ। ਫਿਰ ਕਰਤਾਰਪੁਰ ਪੂਰੇ 1 ਲੱਖ ਦਾ ਸੁਪਾਇਆ ਕੀਤਾ ਮਹਾਰਾਜ 6ਵੇਂ ਪਾਤਸ਼ਾਹ। ਤੇ ਜਿਹੜੇ 10ਵੇਂ ਆ ਗਏ, ਫਿਰ ਤਾਂ ਗਿਣਤੀ ਕੋਈ ਨਹੀਂ ਕਿੰਨੇ ਕੁ ਰਾਖਸ਼ਾਂ ਦਾ ਸੁਪਾਇਆ ਕੀਤਾ। 21 ਜੰਗ ਮਹਾਰਾਜ ਦੇ ਵਿਰੁੱਧ ਛੇੜੇ। ਤੇ ਮਹਾਰਾਜ ਨੇ ਖਾਲਸੇ 'ਚ इतनी बड़ी ताकत रखी, 1.25 लाख से एक लड़ाऊं, तबै गोबिंद सिंह नाम कहाऊं। दाता कि नहीं सिद्ध करके ये बचन है कि इतिहास। हों सफला तब ही जगत है, हों लग जातन को बड़पन दे, हों जिनकी जात और कुल माही, न सरदारी पई कदाही, तिन्ही को सरदार बनै हों, तबै गोबिंद सिंह नाम कहै हों। जा मैं रंचना मिथ्या भाखी, पार ब्रह्म गुरु नानक सौखी। साक्षी किनू बनाया? ਗਵਾਹੀ ਆਪਾਂ ਦੇਈ ਦੀ ਨਾ, ਅਦਾਲਤ ਜਾਣਾ ਹੋਵੇ। ਮਹਾਰਾਜ ਨੇ ਕਿਹਨੂੰ? ਕਹਿੰਦੇ ਪਾਰ ਬ੍ਰਹਮ ਪਰਮੇਸ਼ਰ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਸਾਖੀ ਜਾਣ ਕੇ ਬਚਨ ਕਹਿੰਦੇ ਆ। ਪਾਤਸ਼ਾਹ ਕਰਕੇ ਦਿਖਾ ਦਿੱਤਾ। ਫਿਰ ਖਾਲਸਾ ਪੰਥ ਸਿਰਜਣਾ ਕੀਤੀ, ਕਿੰਨੇ ਧਰਮ ਯੁੱਧ ਲੜੇ ਤੇ ਔਰੰਗਜ਼ੇਬ ਦੀਆਂ ਨਾਸਾਂ ਬੰਦ ਕਰ ਦਿੱਤੀਆਂ। ਕਹਿੰਦੇ ਮਹਾਰਾਜ ਨੂੰ ਕਰ ਦਈਏ। ਮਹਾਰਾਜ ਕਹਿੰਦੇ ਨੇ ਜੇ ਸਾਡੇ ਹੱਥੋਂ ਮਰਿਆ ਇਹ ਮੁਕਤ ਹੋ ਜਾਊ, ਤੁਹਾਡੇ ਹੱਥ ਮਾਰਿਆ ਫੇਰ ਸਿੱਖਾਂ ਦੇ ਜੰਪੂ। ਕਹਿੰਦੇ ਇਹ ਦੋਸ਼ ਨੇ ਪਾਪ ਬੜੇ ਕੀਤੇ ਆ। ਕਹਿੰਦੇ ਇਹਨੂੰ ਕਲਮ ਨਾ ਮਾਰਾਂਗੇ, ਨਰਕ 'ਚ ਸੁੱਟਾਂਗੇ, ਨਰਕ ਦੇ ਵਿੱਚ। ਸੋ ਇਸ ਕਰਕੇ ਸੱਚੇ ਪਾਤਸ਼ਾਹ ਨੇ ਕਿੱਡੀਆਂ ਬਖਸ਼ਾਂ ਕੀਤੀਆਂ ਕਿ ਅੱਜ ਪ੍ਰਬੰਧਕ ਦੇਸਾਂ ਪ੍ਰਦੇਸਾਂ 'ਚ ਉਦਮ ਕਰ ਰਹੇ ਆ। ਸਾਰੇ ਮਹਾਰਾਜ ਦੇ ਸਥਾਨਾਂ 'ਤੇ 10ਵੇਂ ਪਾਤਸ਼ਾਹ ਦਾ, ਅਨੰਦਪੁਰ ਸਾਹਿਬ ਦਾ, ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ, ਇਹ ਸਾਰੇ ਸਾਕੇ ਮਨਾਏ ਜਾ ਰਹੇ। ਢਾਡੀ ਸਿੰਘ ਵੀ ਮੇਰਾ ਹਲਾਏ ਆ, 12 ਸਰਵਣ ਕਰਾਉਣਗੇ। ਆਓ ਹੁਣ ਗੁਰ ਸ਼ਬਦ ਦੀ ਵਿਚਾਰ ਸਰਵਣ ਕਰੀਏ। ਮਨ ਬਿਰਤੀ ਦੀ ਇਕਾਗਰਤਾ ਲਈ, ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਪੰਜਵਾ। ਤਨਾਸਰੀ ਰਾਗ ਵਿੱਚ 5ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਪਾਵਨ ਬਾਣੀ 'ਚੋਂ ਇੱਕ ਸ਼ਬਦ ਲਿਆ। ਸਾਨੂੰ ਸਾਰਿਆਂ ਨੂੰ ਪਵਿੱਤਰ ਵਿਚਾਰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਦੀਨ ਦਰਦ ਨਿਵਾਰ ਠਾਕੁਰ। ਠਾਕੁਰ ਇਹ ਪਰਮੇਸ਼ਰ, ਉਤਪਤੀ ਪਾਲਣਾ ਸੰਘਾਰ ਕਰਨ ਵਾਲੇ, ਦੀਨਾਂ ਗਰੀਬਾਂ ਦੀਆਂ ਦਰਦ ਪੀੜਾ, ਇਹਨੂੰ ਕਿਰਪਾ ਕਰਕੇ ਨਿਵਾਰ ਨਿਵਰਤ ਕਰ ਦਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਮੌਤ ਸਾਹਿਬ ਸ਼ਾਦੀ ਦੇ ਸਮੇਂ ਜਾਣਾ ਸੀ, ਨਕੋਦਰ ਦੇ ਨਾਲ ਹੀ ਨਗਰ ਹੈ ਮਾਲੜੀ, ਉਸ ਇਲਾਕੇ ਦੀ ਸੰਗਤ ਸ਼ਾਇਦ ਹੋਵੇ ਤੁਹਾਡੇ 'ਚ। ਅਤੇ ਬਾਬਾ ਮੱਲ ਜੀ ਸੀ ਉੱਥੇ ਮੋਚੀ,
महाराज का प्रेमी सी। महाराज कहने लगे, मल जी साडा जोड़ा तैयार कर देना, असी इत्थों लंघते हुए ना जोड़ा लैके जावांगे। कहते जी सत वचन। एक चरण की चरणदासी तैयार की, ਉਹਦੇ फिर लक विच दर्द शुरू हो गई, लक तो लैके पैर की अड्डी ਵੱਲ ਨੂੰ आती सी। ਇਹਨੂੰ ਰੀਹ ਦੀ दर्द कह ਦਿੰਦੇ। ये बड़ा तंग करती, ना देना चैन ना रात, ऐसी भैड़ी बीमारी है। सो बाणी च बड़ी ताकत। साढ़े पिता जी की एक बारी हो गई, तो मैं मालसा करनिया, लत्तां कुटनिया, उत्ते चढ़ चढ़ छेतड़न बड़े। फिर वो महापुरख कहते भी तू पढ़िया लिखिया, केसी इशनान करके प्रसाद करके उन्ना चਿਰ जोत धूप तोखदा रहे। एक जना मूल मंत्र पढ़े, तू जिन्नी तेरी समर्था पाठ करना। कहते महाराज दर्द इन्नी है, बैठे नहीं जाता, पिया नहीं जाता, दिन रात चैन ही है। कहते कोई नहीं, हमारे कृपा हुई, आप सीस के स्वरूप रखे सवारा आए, प्रकाशमान होए, रोजाना देख करनी तो पाठ करना। तो गुरु ग्रंथ साहिब की बाणी का जिले पाठ संपूर्ण होया, तो दीन दर्द दुख भंजना, कट कट नाथ अनाथ, सरन तुम्हारी आयो, नानक कह प्रभ साथ। महाराज ने कृपा कर कृपा कर दी है ये गुरबाणी, जे विश्वास करिए। तो महाराज ने कौतुक वरताउणा सी, एक चरणदासी तैयार की। महाराज आ गया, आ कहने लगे मल साहब साडा जोड़ा तैयार किया। वो बेचारा मंजे ते पिया तड़फ रहा सी, हुण मत्था टेक के उठो भी। कहते महाराज एक चरण का जोड़ा तैयार किया, दर्द शुरू हो गई है। 84 प्रकार की पीड़ अजुर्वेद लिखी है, ये बहुत तंग आ, ना बह होंदा ना पै होंदा, सारा टब्बर भी सूली टंगिया होया, कोई दवाई असर नहीं करती, कोई फांडा छंडा असर नहीं करता। आप कृपा कर दिओ तो मैं आप जी की हाजरी च दूसरा जोड़ा तैयार कर, कृपा कर दो। ये प्रेमी भी बड़े युक्तिवान होंगे ना, किड्डा ढंगी। तो महाराज तुसीं इत्थे सजो, तुहाडी हाजरी जोड़ा तैयार कर दें। कि नाले महाराज दर्शन देणगे, अमृत वचन सुनांगे, नाले सेवा न कृपा न दुख दूर होणगे। महाराज दयालु दया करण दो कारण उचरण नाम कीर्तन, दयाल पुरख भगवान ने नानक लिप्त ना माया। महाराज सच्चे पातशाह शनिवार का दिन सी, उतों भभूति चक के महाराज लक धो गए, लत्त गिटियां ते सारे मल दिती, नाले दर्दां दूर करती। कहते लै भी हुण फिर महाराज नमस्कार की, अखां च अथरू वग रहा है, चरण धोते। सच्चे पातशाह किन्ने दिनों तो पीड़ा दे नाल औखा सी, कृपा करती ते हुण बख्शिश की है, आप दर्शन बख्शो तो मैं जोड़ा तैयार करना। कहते भाई महाराज ने मेहर करती, जोड़ा तैयार किया, नाल हुक्म कर गए कि गां हुण लोकां दीयां पीड़ां तू हटाया कर। वर दे गए कि जड़ा अपने 7 शनिचरवार इत्थे आके चौंकियां भरेगा, मीट आंडा शराब कोई चीज़ नहीं वरतनी, भुन्ने आसन लाउणा, सारी रात चौंकी कथा कीर्तन भजन करना। तो महाराज गुरु नानक पातशाह जी कृपा करा करनगे। तो हुण भी संगत आउंदियां, महाराज कृपा करदे, दिली रखण तो कितों कितों संगत आउंदी है। ये तो परतख अपने नाल हड्ड बीतियां भी देखियां सी, सुनिया गल्लां नहीं, बिल्कुल परतख। कई तो हुण फिर की करदे आ, पहली चौंकी उत्थे
ਬਾਕੀ 5 ਘਰੇ ਕਰ ਲੈਂਦੇ ਆ, 7 ਮੈਨੂੰ ਆ ਜਾਂਦੇ। ਪਰ ਹੈਗਾ ਅਸਲੀ ਹੈ ਕਿ 7 ਚੌਂਕੀਆਂ ਉੱਥੇ ਭਰਨੀਆਂ ਚਾਹੀਦੀਆਂ। ਇੱਥੇ ਦਾ ਇਉਂ ਇੱਕ ਗੋਬਿੰਦਪੁਰਿਆ ਨਾਲ ਹੀ ਬੰਗਿਆਂ ਦੇ, ਉੱਥੇ ਮਹਾਰਾਜ 6ਵੇਂ ਪਾਤਸ਼ਾਹ ਹੋਏ। ਗਰਮੀ ਬੜੀ ਸੀ ਅਤੇ ਉਹ ਬਜ਼ੁਰਗ ਖੂਹ ਦੇ ਉੱਤੇ ਕਹਿੰਦੇ, ਬਜ਼ੁਰਗਾ ਗਰਮੀ ਬੜੀ, ਜਲ। ਉਹ ਕਹਿੰਦੇ ਮਹਾਰਾਜ ਵੀ ਮੇਰਾ ਤਾਂ ਲੱਕ ਜੁੜਿਆ, ਦਰਦ ਬੜੀ ਹੁੰਦੀ ਹੈ, ਉਹ ਮੱਟ ਪਾਣੀ ਦੇ ਭਰੇ ਹੈ ਅਤੇ ਸ਼ੱਕਰ ਪਈ ਹੈ, ਤੁਹਾਡੇ ਸੇਵਾਦਾਰ ਆਪ ਉਦਮ ਕਰ ਲਓ। ਅਤੇ ਮਹਾਰਾਜ ਨੇ ਕਿਹਾ ਵੀ ਤਿਆਰ ਕਰੋ। ਜਲ ਚੁਕਾਇਆ। ਉੱਥੇ ਦਾਤੀ ਜੇ ਪਈ ਸੀ, ਆਮ ਖੇਤਾਂ 'ਚ ਇਹੀ ਹੁੰਦਾ ਨਾ, ਉਹ ਮਹਾਰਾਜ ਨੇ ਦਾਤੀ ਉਹਦੇ ਫੇਰ ਦਿੱਤੀ, ਉਹਦੀ ਦਰਦ ਹਟਾਤੀ। ਉਹ 99 ਗੋਤ ਦੇ ਹੈ ਅਤੇ ਉਹ ਹੁਣ ਉਹਨਾਂ ਦੇ ਗੋਤ ਦਾ ਕੋਈ ਬੰਦਾ ਉਹ ਦਾਤੀ ਫੇਰਦਾ, ਦਰਦ ਨਹੀਂ ਰਹਿੰਦੀ। ਅੱਜ ਵੀ ਮਹਾਰਾਜ ਦੀ ਕਲਾ ਵਰਤਦੀ। ਕਹਿੰਦੇ ਹੈ ਨੇ ਮਹਾਰਾਜ ਦੀਆਂ ਬਰਕਤਾਂ ਅੱਜ ਵੀ ਜਿਉਂ ਕੀਆਂ ਤਿਉਂ ਕੰਮ ਕਰ ਰਹੀਆਂ, ਜਿੱਥੇ ਵੀ ਕਿਰਪਾ ਕਰ ਗਿਆ। ਇੱਕ ਥਾਂ ਨਹੀਂ, ਬੇਅੰਤ ਜਗ੍ਹਾ ਮਹਾਰਾਜ ਨੇ ਐਸੇ ਚੋਜ ਰੱਖੇ ਹੋਏ। ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਦੀਨ ਦਰਦ ਨਵਾਰ ਠਾਕਰ, ਹੇ ਦੀਨਾਂ 'ਤੇ ਦਇਆ ਕਰਨ ਵਾਲੇ ਸਤਿਗੁਰੂ ਜੀ, ਕਿਰਪਾ ਕਰਕੇ ਸਾਡੀਆਂ ਦਰਦ ਪੀੜਾ ਮਨ ਕਰਕੇ ਹੈ, ਬਾਣੀ ਕਰਕੇ ਹੈ, ਸਰੀਰ ਕਰਕੇ ਹੈ, ਇਹ ਸਾਰੀਆਂ ਨਿਵਰਤ ਕਰ ਦਿਓ, ਦੂਰ ਕਰ ਦੇਣਾ ਕਰੋ। ਰਾਖੈ ਜਨ ਕੀ ਆਪ। ਹਾਂ, ਜਿਹੜਾ ਜਨ ਬਣ ਜਾਂਦਾ ਨਾ, ਉਹਦੀ ਇੱਜ਼ਤ ਮਹਾਰਾਜ ਫਿਰ ਕਿਰਪਾ ਕਰਕੇ ਆਪ ਹੀ ਰੱਖਦੇ ਹਨ। ਤਰਨ ਤਾਰਨ ਹਰ ਨਿਧ। ਹਰੀ ਨਿਧੀ ਜੋ ਖਜ਼ਾਨਾ ਰੂਪਿਆ, ਉਹ ਪਾਪੀਆਂ ਨੂੰ ਤਾਰਨ ਵਾਸਤੇ ਉਹਨਾਂ ਦਾ ਨਾਮ ਤਰਨ ਜਹਾਜ਼ ਦੀ ਨਿਆਈ ਹੈ। ਦੁਖ ਨਾ ਸਕੈ ਵਿਆਪ। ਜਿਵੇਂ ਆਪਾਂ ਹੁਣ ਸਮੁੰਦਰ ਜਾਂ ਦਰਿਆ ਆ ਨਾ, ਬੇੜੇ 'ਚ ਬਹਿ ਕੇ ਜਾਈਏ, ਉਹ ਮਗਰਮੱਛ ਆ, ਤੰਦੂਆ ਜਾਂ ਹੋਰ ਜਲ ਜੰਤੂ ਆ, ਉਹਦਾ ਕੋਈ ਦੁੱਖ ਨਹੀਂ ਨਾ ਵਿਆਪਦਾ, ਕਿਉਂ ਬੇੜੇ 'ਚ ਜੋ ਬੈਠੇ ਆ। ਇਸ ਤਰ੍ਹਾਂ ਜਿਹੜਾ ਨਾਮ ਰੂਪੀ ਬੇੜੇ 'ਚ ਸਵਾਰ ਹੋ ਜਾਂਦਾ ਹੈ, ਉਹਨੂੰ ਇਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤੰਦੂਏ, ਮਗਰਮੱਛ ਆ ਨਾ, ਇਹਨਾਂ ਦਾ ਫਿਰ ਦੁੱਖ ਨਹੀਂ ਵਿਆਪਦਾ। ਇਹ ਨਾਮ ਦੇ ਵਿੱਚ ਐਸੀ ਕਲਾ, ਐਸੀ ਸ਼ਕਤੀ ਹੈ। ਸਾਧੂ ਸੰਗ ਭਜੋ ਗੋਪਾਲ। ਸਾਧੂ ਜਨਾਂ ਦੀ ਸੰਗਤ ਕਰਕੇ ਗੋ ਜੋ ਪ੍ਰਿਥਵੀ ਦਾ ਪਾਲ ਪਾਲਕ ਪਰਮੇਸ਼ਰ ਆ, ਉਹਦੇ ਨਾਮ ਦਾ ਭਜਨ ਕਰੋ। ਕਿਉਂਕਿ ਹੁਣ ਰਾਜਨੀਤਿਕ ਕੋ ਬੈਠਾਂਗੇ, ਉਹ ਫਿਰ ਰਾਜਨੀਤੀਆਂ ਗੱਲਾਂ ਕਰੇਗਾ। ਵਪਾਰੀ ਕੋ ਬੈਠੋਗੇ, ਵਪਾਰ ਦੀਆਂ ਕਰੂਗਾ। ਚੋਰਾਂ, ਡਾਕੂਆਂ, ਬਦਮਾਸ਼ਾਂ ਕੋ ਉਹੋ ਜਿਹੀਆਂ ਪੁੱਠੀਆਂ ਗੱਲਾਂ ਕਰਨਗੇ ਕਿ ਇਹਦਾ ਕਤਲ ਕਿਵੇਂ ਕਰਨਾ, ਲੁੱਟਣਾ ਕਿਵੇਂ ਹੈ। ਜੂਏ ਵਾਲੇ ਨੂੰ ਬਹਿ ਜਾਓ। ਅਤੇ ਜਿਹੜੇ ਅਫੀਮੀ ਪੋਸਤੀ ਹੈ, ਉਹ ਫੇਰ ਕਿਵੇਂ ਆ ਵੀ ਮਾਵਾ ਕਿਵੇਂ, ਤਰਾਰਾ ਕਿਵੇਂ ਹੋਣਾ, ਇਹਨਾਂ ਦਾ ਤਾਂ ਇਹੋ ਜਿਹਾ ਹੁੰਦਾ ਪੋਸਤੀਆਂ ਦਾ। ਅਤੇ ਉਹ ਫਿਰ ਗੱਲਾਂ ਡੋਡਿਆਂ ਦੀਆਂ ਪੀਣ ਦੀਆਂ ਕਰਨਗੇ। ਅੱਜ ਕੱਲ੍ਹ ਕਹਿਣਗੇ ਚਮਚਾ ਲਾ ਲਈਏ, ਅੱਗੇ ਤਾਂ ਦੌਰੀ ਮਲ ਕੇ ਪੀਂਦੇ ਹੁੰਦੇ ਸੀ, ਹੁਣ ਚਮਚੇ ਦਾ ਰਿਵਾਜ਼ ਆ, ਚਮਚਾ ਲਾ ਲਈਏ ਇਹ ਕਹਿਣਗੇ। ਪੋਸਤਾ ਮਨ ਦੋਸਤਾ, ਤੇਰਾ ਸੋਨੇ ਜੜਾਈ ਬੂਟਾ, ਜਿਹੜਾ ਤੈਨੂੰ ਮਲ ਮਲ ਪੀਵੇ ਦੇਵੇਂ ਸੁਰਗ ਦਾ ਝੂਟਾ। ਨਰਕ ਦਾ ਝੂਟਾ ਦਊਗਾ ਕਿ ਸੁਰਗ ਦਾ ਦਊਗਾ। ਇਸ ਤਰ੍ਹਾਂ ਦਾ ਹਾਲ ਇਹਨਾਂ ਅਮਲੀ ਲੋਕਾਂ ਦਾ। ਉਹ ਅਮਲੀ ਹੁੰਦਾ ਸੀ, ਉਹਦੀ ਘਰ ਵਾਲੀ ਨੇ ਕਹਿਣਾ ਪਿਆ ਕੁੜੀ ਵਿਆਹੁਣ ਵਾਲੀ ਹੈ, ਇਹਦਾ ਵੀ ਕੋਈ ਫਿਕਰ ਕਰ। ਹੁਣ ਰੋਜ਼ ਲੜਾਈ ਰੱਖੀ। ਇੱਕ ਦਿਨ ਬੜਾ ਖੁਸ਼ ਸੀ, ਕਹਿੰਦੇ ਅੱਜ ਮੈਂ ਤੇਰੀ ਕੁੜੀ ਦਾ ਰਿਸ਼ਤਾ ਕਰਿਆ। ਕਹਿੰਦੇ ਕਿੱਥੇ? ਕਹਿੰਦੇ ਉਹਦਾ ਮਾਚੀਏ ਤੋੜ ਅਮਲੀ ਹੈ, ਮੇਰੇ ਨੂੰ ਵੀ ਵਧਿਆ। ਕਹਿੰਦੇ ਆਪ ਤਾਂ ਡੁੱਬਿਆ ਸੀ, ਕੁੜੀ ਨੂੰ ਵੀ ਡੋਬਿਆ। ਇਹਨਾਂ ਅਮਲੀਆਂ ਦੀ ਹਾਲਤ ਇਹ ਹੁੰਦੀ, ਆਪ ਤਾਂ ਡੁੱਬਿਆ ਸੀ, ਹੁਣ ਇਹਨੂੰ ਵੀ ਡੋਬਿਆ ਵਿਚਾਰੀ ਨੂੰ। ਸੋ ਇਸ ਤਰ੍ਹਾਂ ਜਿਹੜੇ ਅਮਲੀ ਲੋਕ ਆ, ਸ਼ਰਾਬੀ ਕਬਾਬੀ ਲੋਕ ਆ, ਉਹ ਫਿਰ ਉਹੋ ਜਿਹਾ ਲੱਜਦੇ ਆ। ਉਹ ਲੜਕੀਆਂ ਸਾਰੀ ਉਮਰ ਵਿਚਾਰੀਆਂ ਫਿਰ ਠੇਡੇ ਖਾਂਦੀਆਂ ਫਿਰਦੀਆਂ। ਬੁਰਾ ਹਾਲ ਹੈ। ਸੋਚਦੇ ਨਹੀਂ ਉਸ ਵੇਲੇ ਵੀ ਅਸੀਂ ਤਾਂ ਆਪਣਾ ਜੀਵਨ ਬਰਬਾਦ ਕਰ ਲਿਆ,
ਇਹਨਾਂ ਦੇਵੀਆਂ ਦਾ ਜੀਵਨ ਕਿਉਂ ਨਸ਼ਟ ਕਰਦੇ ਆ? ਪਰ ਜਿਹੜੇ ਗੁਰਸਿੱਖ ਆ, ਪਾਤਸ਼ਾਹ ਦਾ ਹੁਕਮ ਆ, ਕੰਨਿਆ ਦੇਵੈ ਸਿੱਖ ਕੋ ਲੇਵੈ ਨੇ ਕਿਛ ਦਾਮ, ਸੋਈ ਮੇਰਾ ਸਿੱਖ ਹੈ ਪਹੁੰਚਿਆ ਮੇਰੇ ਧਾਮ। ਕੰਨਿਆ ਦੇਵੈ ਸਿੱਖ ਕੋ ਅੰਮੀ ਅੰਮੀ ਰਲ ਜਾਏ, ਦਈ ਭਾਦਣੀ ਕੋ ਸੋਤਾ ਇਹੀ ਮੁਖ ਅੰਮੀ ਚੁਆਏ। ਕਹਿੰਦੇ ਕੰਨਿਆ ਦੇਵੈ ਸਿੱਖ ਕੋ, ਗੁਰਸਿੱਖ ਨੂੰ ਗੁਰਸਿੱਖ ਕੰਨਿਆ ਦੇਵੇ। ਜਿਵੇਂ ਅੰਮ੍ਰਿਤ ਨਾਲ ਅੰਮ੍ਰਿਤ ਰਲ ਜਾਂਦਾ ਨਾ, ਕੋਈ ਕਲੇਸ਼ ਨਹੀਂ ਰਹਿੰਦਾ। ਅਤੇ ਜੇ ਕਹਿੰਦੇ ਮਨਮੁਖ ਨੂੰ ਦੇ ਦਈਏ, ਸੱਪ ਦੇ ਮੂੰਹ 'ਚ ਦੁੱਧ ਪਾਓ ਅਤੇ ਜ਼ਹਿਰ ਬਣਨਾ, ਉਹਨੇ ਡੰਗਾ ਹੀ ਮਾਰਨਾ। ਗੱਜ ਕੇ ਬੋਲੋ। ਪਰ ਉਦੋਂ ਅਸੀਂ ਸੋਚਦੇ ਨਹੀਂ। ਫਿਰ ਸਾਰੀ ਜ਼ਿੰਦਗੀ ਆਪ ਨੂੰ ਵੀ ਕਲੇਸ਼, ਬੱਚੇ ਬੱਚਿਆਂ ਨੂੰ ਵੀ ਕਲੇਸ਼, ਗਾਂ ਔਲਾਦਾਂ ਵੀ ਵਿਚਾਰੀਆਂ ਰੁਲ ਜਾਂਦੀਆਂ। ਨਾ ਵਿਦਿਆ ਪੜ੍ਹ ਸਕਦੇ ਆ, ਨਾ ਕੋਈ ਧਰਮ ਵਾਲੇ ਪਾਸੇ ਲੱਗ ਸਕਦੇ ਆ। ਆ ਹੁਣ ਇੱਥੇ ਆਈ ਦਾ ਥੋੜ੍ਹੇ ਦੁਖੀ ਮਿਲਦੇ ਆ, ਉੱਥੇ ਵੀ ਇਹੀ ਹਾਲ ਆ। ਆ ਛੱਡ ਛੱਡਾਈਆਂ ਇੰਨੀਆਂ। ਉਦਣ ਉਹ ਕਨੇਡੇ ਫੋਨ ਆਇਆ, ਕਹਿੰਦਾ ਬਾਬਾ ਜੀ ਵਕੀਲ ਸੀ ਵੀ 95% ਸਾਡੇ ਸਿੱਖਾਂ ਦੇ ਡਿਵੋਰਸਾਂ ਦੇ ਕੇਸ ਆ ਰਹੇ। ਇੰਨੀ ਡਿਵੈਲਪਮੈਂਟ ਕਰ ਲਈ ਹੈ, ਮਾੜੇ ਪਾਸੇ ਕੀਤੀ ਹੈ। ਇੰਨੇ ਕੇਸ, ਕਹਿੰਦਾ 3500 ਬੱਚਾ ਬੱਚੀ ਡਿਗਰੀਆਂ ਡਿਪਲੋਮੇ ਕੀਤੇ ਆ ਟੋਰਾਂਟੋ ਦੇ ਵਿੱਚ। ਕੋਈ 40 ਸਾਲ, ਕੋਈ 42, ਕੋਈ 45, 48, ਹਾਲੇ ਤਾਂ ਵਿਆਹ ਨਹੀਂ ਕਰਾਉਂਦੇ। ਇਹ ਹਾਲ ਬਣਿਆ। ਅਤੇ ਮਾਂ ਪਿਓ ਗਏ, ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ। ਬੱਚੇ ਕਹਿਣਾ ਨਹੀਂ ਮੰਨਦੇ, ਕਿਉਂਕਿ ਅਸੀਂ ਗੁਰਮਤਿ ਤੋਂ ਪਾਸੇ ਜਾਣ ਕਰਕੇ ਇਹ ਸਾਡੀ ਹਾਲਤ ਬਣ ਰਹੀ। ਸੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਹਰ ਪੱਖ ਵਿੱਚ ਕਿ ਸਾਡਾ ਵਿਹਾਰ ਕੈਸਾ ਚਾਹੀਦਾ, ਸਾਡਾ ਆਹਾਰ ਕਿਹੋ ਜਿਹਾ ਚਾਹੀਦਾ, ਸਾਡਾ ਆਚਾਰ ਚਾਲ ਚੱਲਣ ਕਿਸ ਤਰ੍ਹਾਂ ਦਾ ਚਾਹੀਦਾ। ਸਾਨੂੰ ਇਹ ਚੀਜ਼ਾਂ ਦਿੱਤੀਆਂ ਸੀ ਨਾ, ਦਸਤਾਰ, ਰਫਤਾਰ, ਗੁਫਤਾਰ ਅਤੇ ਆਚਾਰ। ਦਸਤਾਰ ਵੀ ਬਹੁਤਿਆਂ ਕੋਲ ਚਲੇ ਗਈ, ਰਫਤਾਰ ਸਾਡੀ ਤੁਰਨਾ ਫਿਰਨਾ ਵੀ ਵਿਗੜ ਗਿਆ, ਗੁਫਤਾਰ ਬੋਲਣਾ ਚੱਲਣਾ ਵੀ ਵਿਗੜ ਗਿਆ, ਅਤੇ ਚਾਲ ਚੱਲਣ ਫਿਰ ਵਿਗੜਨੇ, ਆਹਾਰ ਵੀ ਵਿਗੜਿਆ ਹੋਇਆ। ਇਹ ਸਾਰੀਆਂ ਚੀਜ਼ਾਂ ਨੂੰ ਸੁਧਾਰਨ ਦੀ ਲੋੜ ਪੈਂਦੀ ਹੈ, ਫਿਰ ਜੀਵਨ ਸਹੀ ਪਾਸੇ ਤੁਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਗੁਰਮੁਖ ਪਿਆਰਿਓ ਸਾਧੂ ਸੰਗ ਭਜੋ ਗੋਪਾਲ। ਜਿਹਨੇ ਆਪਣੇ ਆਪ ਨੂੰ ਸਾਧਿਆ ਹੋਇਆ, ਉਹਨਾਂ ਮਹਾਂਪੁਰਸ਼ਾਂ ਕੋਲ ਬੈਠੋਗੇ, ਉਹ ਭਜਨ ਬਾਣੀ ਸਿੱਖਿਆ ਦੇਣਗੇ। ਸਾਡੇ ਕੋਲ ਸੰਤ ਹੁੰਦੇ ਅਵਤਾਰ ਸਿੰਘ ਦੇਹਰਾਦੂਨ, ਉਹਨਾਂ ਦਾ ਜੇ ਇਹੋ ਜਿਹਾ ਤਰੀਕਾ ਸੀ ਨਾ, ਉਹ ਬੱਚਿਆਂ ਨੂੰ ਉਹਨਾਂ ਨੇ ਕੈਂਪ ਲਾਉਣਾ ਕਿ ਉਹਨੂੰ ਤਾਂ ਫੁੱਲ ਦੇ ਬੂਟੇ ਲਾਉਣ ਲਾਇਆ, ਕਿਹਨੂੰ ਗੋਡੀ ਲਾਇਆ, ਕਿਹਨੂੰ ਸਿਮਰਨਾ ਫੜਾਇਆ ਹੋਇਆ, ਕਿਹਨੂੰ ਗੁਟਕਾ ਫੜਾਇਆ ਹੋਇਆ, ਕਿਹਨੂੰ ਕੀਰਤਨ ਨਾਲ ਨੂੰ ਲਾਇਆ ਹੋਇਆ, ਕਿਹਨੂੰ ਸਤਿਨਾਮ ਜਪਣ ਲਾਇਆ ਹੋਇਆ। ਬਸ ਇਸ ਢੰਗ ਨਾਲ ਬੱਚਿਆਂ ਨੂੰ ਲਾ ਦਿੰਦੇ ਸੀ, ਉਹ ਫਿਰ ਤੁਰ ਪੈਂਦੇ ਸੀ। ਅੱਗੇ ਕਹਿੰਦੇ ਹੁੰਦੀ ਚਾਟੜਾ, ਚਾਟਦਾ ਮੈਂ ਚਾਟ 'ਤੇ ਗਜਾਲਣਾ, ਆਇਆਂ ਨੂੰ ਫੁੱਲੀਆਂ ਦੇ ਦਿੱਤੀਆਂ, ਮਖਾਣੇ ਦੇ ਦਿੱਤੇ, ਕੜਾਹ ਪ੍ਰਸ਼ਾਦ ਦੇ ਦਿੱਤਾ, ਹਾਂਜੀ ਕੋਈ ਹੋਰ ਪ੍ਰਸ਼ਾਦ ਦੇ ਦਿੱਤਾ। ਉਹ ਬੱਚਿਆਂ ਨੇ ਕਹਿ ਜਾਣ ਚਲੋ ਬਾਬਾ ਜੀ ਕੋਲ ਚੱਲੀਏ। ਹੌਲੀ ਹੌਲੀ ਫਿਰ ਬਾਬਿਆਂ ਨੇ ਇਸ ਤਰ੍ਹਾਂ ਛੋਟੇ ਛੋਟੇ ਕੰਮਾਂ 'ਚ ਲਾ ਕੇ ਜੋੜੇ ਝਾੜਨ ਲਾ ਦਿੱਤਾ, ਝਾੜੂ ਫੇਰਨ ਲਾ ਦਿੱਤਾ, ਪੋਚਾ ਕਰਨ ਲਾ ਦਿੱਤਾ। ਅਤੇ ਇੱਕ ਵਾਰੀ ਸੰਤ ਮਹਾਂਪੁਰਸ਼ ਆਏ ਜਥਾ ਲੈ ਕੇ, ਬਾਬੇ ਜਰਨੈਲ ਸੁਣੇ, ਅਤੇ ਉਹ ਇੱਕ ਜਗ੍ਹਾ ਗਏ, ਉਹ ਬੱਚਾ ਇੱਕ ਆਇਆ, ਅਤੇ ਉਹ ਮੇਰਾ ਵੀ ਅਤੇ ਮਹਾਂਪੁਰਸ਼ਾਂ ਜੋੜਾ ਚੱਕ ਕੇ ਲੈ ਗਿਆ। ਉਹ ਸੇਵਾ ਦੇ ਕਰਕੇ ਜੋੜਾ ਕਿੱਧਰ ਲੈ ਗਿਆ, ਉਹ ਸਾਫ਼ ਕਰਕੇ ਪੋਲਿਸ਼ ਕਰਕੇ ਲੈ ਆਉਂਦਾ। ਸੰਤ ਕਹਿੰਦੇ ਜੀ ਬੜੀ ਟ੍ਰੇਨਿੰਗ ਦਿੱਤੀ ਹੈ। ਜਦੋਂ ਫਿਰ ਕਥਾ ਹੋਣੀ ਸੀ ਅਤੇ ਉਸ ਵੇਲੇ ਉਹ ਸੇਵਾ ਜੋੜਾ ਲੈ ਕੇ ਮੋਹਰੇ ਆ ਗਿਆ। ਬਾਬਾ ਜੀ ਕਹਿੰਦੇ ਕਿ ਵੀ ਬਾਜਾਂ ਮਾਰੀਦਾ ਜੋੜਾ ਲਿਆਓ, ਜੋੜਾ ਲਿਆਓ। ਵੀ ਬੜੇ ਬਾਬਾ ਜੀ ਸਿਖਾਲੇ ਆ ਇਹ ਆਪੇ ਜੋੜੇ ਲੈ ਕੇ ਆ ਗਿਆ। ਕਿਉਂਕਿ ਸਭ ਤੋਂ ਪਹਿਲਾਂ ਗੁਰੂ ਘਰ ਵਿੱਚ ਸੇਵਾ ਜਿਹੜੀ ਹੈ ਜੋੜਿਆਂ ਦੀ ਹੈ, ਝਾੜੂ ਦੀ ਹੈ, ਪੋਚਾ ਲਾਉਣ ਦੀ ਹੈ। ਅਤੇ ਅਸੀਂ ਹੁਣ ਇੱਕਦਮ ਪਹਿਲਾਂ ਚੌਰ ਨੂੰ ਦੌੜਾਂਗੇ, ਗੱਜ ਕੇ ਬੋਲੋ, ਚੌਰ ਵੱਲ ਨੂੰ ਭੱਜਾਂਗੇ।
ਇਹਦਾ ਬਹੁਤ ਬਾਬੇ ਬੁੱਢੇ ਦੀ ਸੇਵਾ, ਇਹਦੇ ਵਾਸਤੇ ਆਪਣੇ ਆਪ ਨੂੰ ਬੜਾ ਸੰਜਮ ਵਿਵੇਕ ਦੇ ਵਿੱਚ ਬਣਾਉਣਾ ਪੈਂਦਾ। ਇਹ ਛੋਟੀ ਜਿਹੀ ਸੇਵਾ ਨਹੀਂ। ਇਸ ਕਰਕੇ ਸੇਵਾ ਸਾਰੀਆਂ ਮਹਾਨ ਆ, ਜਿਹੜੀ ਸ਼ਰਧਾ ਨਾਲ ਕੀਤੀ ਜਾਏ ਉਹਦੇ 'ਚ ਰੰਗ ਲੱਗ ਜਾਂਦਾ ਹੈ। ਪਾਤਸ਼ਾਹ ਕਿਰਪਾ ਕਰਦੇ ਹਨ ਕਿ ਗੁਰੂ ਪਿਆਰਿਓ, ਸਾਧੂ ਸੰਗ ਭਜੋ ਗੋਪਾਲ, ਸਾਧੂ ਜਨਾਂ ਦੀ ਸੰਗਤ ਕਰਕੇ, ਕਿਉਂਕਿ ਜਦੋਂ ਅਸੀਂ ਕੋਈ ਭਜਨ ਬਾਣੀ ਕਰਾਂਗੇ ਅਤੇ ਕੋਈ ਰੁਕਾਵਟ ਆਉਂਦੀ ਹੈ, ਫਿਰ ਜਿਹੜਾ ਵਿਦਵਾਨ ਸਾਧੂ ਉਹ ਸਾਨੂੰ ਦੱਸ ਦਊ, ਕਿਉਂਕਿ ਹਰ ਕੰਮ ਵਿੱਚ ਰੁਕਾਵਟ ਪੈ ਜਾਂਦੀ ਕੋਈ ਨਾ ਕੋਈ। ਅਤੇ ਜੇ ਦੱਸਣ ਵਾਲਾ ਨਾ ਹੋਵੇ ਤਾਂ ਕਈ ਵਾਰੀ ਉਹ ਭਰਮ ਚੱਕਰ ਵਿਊ ਦੇ ਵਿੱਚ ਬੰਦਾ ਫਸ ਜਾਂਦਾ। ਕਈ ਬੜੇ ਅਭਿਆਸੀ ਦੇਖੇ ਆ, ਉਹ ਇਸ ਤਰ੍ਹਾਂ ਹੀ ਦਿਮਾਗ ਚੁੱਕਿਆ ਗਿਆ, ਜਿਉਂ ਲੱਗੇ ਕਰਨ, ਫਿਰ ਕਿਰਪਾਨਾਂ ਕੱਢ ਕੇ ਪੈਂਦੇ ਰਹੇ ਇੱਕ ਦੂਏ ਨੂੰ, ਘਰਦਿਆਂ ਨੂੰ, ਫਿਰ ਦਵਾਈਆਂ ਦੇ ਰਾਜੀ ਕੀਤੇ ਆ। ਕਿਉਂਕਿ ਹਰ ਚੀਜ਼ ਜਿਹੜੀ ਹੈ ਉਹਦੇ ਨਾਲ ਵਿਚਾਰ ਦੀ ਲੋੜ ਪੈਂਦੀ ਹੈ। ਵਿਚਾਰ ਮਾਰੇ ਤਰੇ ਤਾਰੇ, ਉਲਟ ਜੋਨ ਨਾ ਆਵੇ, ਆਪ ਪਰ ਪਰਮ ਧਿਆਨੀ ਸਾਧ ਸਾਚੇ ਭਾਵੇ। ਇਸ ਕਰਕੇ ਕਹਿੰਦੇ ਜੇ ਨਹੀਂ ਆਪਣਾ ਆਪ ਸਾਧਿਆ, ਜਿਹੜੇ ਇਸ ਰਸਤੇ 'ਤੇ ਤੁਰੇ ਆ, ਜਿਨ੍ਹਾਂ ਨੂੰ ਇਸ ਮਾਰਗ ਦਾ ਗਿਆਨ ਆ, ਉਹਨਾਂ ਦੀ ਸੰਗਤ ਕਰਕੇ ਗੋ ਜੋ ਪ੍ਰਿਥਵੀ ਦਾ ਪਾਲਕ ਪਰਮੇਸ਼ਰ ਹੈ, ਉਹਦਾ ਭਜਨ ਕਰੇ। ਧੰਨ ਧੰਨ ਬਾਬਾ ਕਰਮ ਸਿੰਘ ਮਹਾਰਾਜ ਦੇ ਕੋਲ ਫੌਜ ਇੱਕ ਸੂਬੇਦਾਰ ਸੀ। ਬੇਨਤੀ ਕਰਨੀ, ਮਹਾਰਾਜ ਤੁਸੀਂ ਕਹਿੰਦੇ ਭਜਨ ਕਰੋ, ਮਹਾਰਾਜ ਦਰਸ਼ਨ ਮੈਨੂੰ ਤਾਂ ਹੋਏ ਨਹੀਂ। ਸੰਤ ਕਹਿੰਦੇ ਕਾਹਲੀ ਨਹੀਂ ਪਈਦਾ ਹੁੰਦਾ, ਹੁਣ PhD ਕਰਨੀ ਹੈ, ਟਾਈਮ ਤਾਂ ਲਾਉਣਾ ਹੀ ਪੈਣਾ। ਇਹ ਤਾਂ ਹੈ ਨਹੀਂ ਵੀ ਇੱਕੋ ਹੀ ਦਿਨ ਕਾਇਦਾ ਪੜ੍ਹ ਕੇ PhD ਕਰ ਲੈਂਦਾ। ਮਿਹਨਤ ਵੀ ਕਰਨੀ ਪੈਣੀ, ਖਰਚਾ ਵੀ ਕਰਨਾ ਪੈਣਾ, ਸਮਾਂ ਵੀ ਦੇਣਾ ਪੈਣਾ। ਬੜਾ ਕਾਹਲਾ। ਕਹਿੰਦੇ ਫਿਰ ਚੰਗਾ ਮੂਲ ਮੰਤਰ ਦਾ ਚਲੀਸਾ ਕਰ ਲਾ, ਫਿਰ ਗਾਂਹ ਦੱਸਾਂਗੇ। ਕਹਿੰਦਾ ਜੀ ਹੁਣ ਛੁੱਟੀ ਮਿਲ ਜਾਣੀ 2 ਮਹੀਨੇ ਦੀ, ਅਤੇ ਸਾਡੇ ਪਿੰਡ ਦੇ ਨਾਲ ਹੀ ਨਹਿਰ ਆ, ਤੂੰ ਉੱਥੇ ਬਹਿ ਕੇ ਕਰ ਲਿਆ ਗੁਰੂ ਇਕਾਂਤ 'ਚ, ਕਿ ਜਿਵੇਂ ਤੁਸੀਂ ਕਹਿੰਦੇ। ਉੱਥੇ ਲੱਗ ਪਿਆ। ਜਿਹੜੇ 20 ਦਿਨ ਹੋਏ ਨੇ, ਇੱਕ ਬੜਾ ਤਕੜਾ ਸੱਪ ਸਰਾਲ ਵਾਂਗੂ ਆਵੇ, ਮੂੰਹ ਫੈਲਾਈ, ਜਿਉਂ ਦੌੜਾ ਉੱਥੋਂ। ਘਰ ਆ ਕੇ ਕੁੰਡਾ ਲਾ ਲਿਆ। ਘਰ ਵਾਲੀ ਕਹਿੰਦੀ ਕੀ ਗੱਲ? ਕਹਿੰਦੇ ਮੈਂ ਤਾਂ ਚੰਗਾ ਚਲੀਸੇ ਬੈਠਾ, ਉੱਥੇ ਸੱਪ ਆ ਗਿਆ, ਮੈਂ ਹੀ ਬਚ ਕੇ ਆਇਆ। ਸੱਪ ਬਣਾ ਮੂੰਹ ਨਿਕਲੇ, ਹੱਪ ਹੀ ਕਾਏ, ਕਿ ਬਸ ਵਿੱਚ ਹੀ ਛੱਡ ਦਿੱਤਾ। ਫਿਰ ਛੁੱਟੀ ਕੱਟ ਕੇ ਗਿਆ। ਸੰਤ ਨੇ ਬੁਲਾਇਆ, ਸੂਬੇਦਾਰ ਜੀ ਨੂੰ ਪੁੱਛੀਏ, ਜਨਾਬ ਸੂਬੇਦਾਰ ਸਾਹਿਬ ਚਲੀਸਾ ਕਰਿਆ? ਕਹਿੰਦੇ ਮਹਾਰਾਜ ਚਲੀਸਾ ਹੀ ਕਰਨਾ, ਤੁਸੀਂ ਕਹਿੰਦੇ ਦਰਸ਼ਨ, ਉੱਥੇ ਸੱਪ ਆ ਗਿਆ। ਕਹਿੰਦੇ ਦਰਸ਼ਨ ਦੇਣ ਤਾਂ ਆਇਆ ਸੀ, ਤੇ ਤੂੰ ਸੰਭਾਲ ਹੀ ਨਹੀਂ ਹੋਇਆ। ਗੱਜ ਕੇ ਬੋਲੋ, ਸੰਭਾਲ ਨਹੀਂ ਹੋਇਆ ਤੇ ਤੂੰ। ਕਹਿੰਦੇ ਦਰਸ਼ਨ ਉਦੋਂ ਹੁੰਦੇ ਆ ਬਣ ਤਿਣ ਰਵਿਆ ਪਾਰ ਬ੍ਰਹਮ, ਜਦੋਂ ਵਿਆਪਕ ਸਰੂਪ ਸਾਰਿਆਂ 'ਚ ਦੇਖੀਏ ਉਦੋਂ ਦਰਸ਼ਨ ਹੁੰਦੇ ਆ। ਇਹ ਨੇਤਰ ਹੋ ਮੇਰੇ ਹੋ ਹਰ ਤੁਮੈਂ ਜੋ ਧਰੀ, ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਨਦਰੀ ਹਰ ਨਿਹਾਲਿਆ। ਇਹ ਬਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਉਹ ਤਾਂ ਤੇਰੀ ਪ੍ਰੀਖਿਆ ਲਈ ਆਇਆ ਸੀ, ਤੂੰ ਸੰਭਾਲ ਹੀ ਨਹੀਂ ਹੋਇਆ। ਜਦੋਂ ਬੈਠਾ ਰਹਿੰਦਾ ਤੇ ਮਹਾਰਾਜ ਨੇ ਦੁਆ ਰੂਪ ਪਲਟ ਲੈਣਾ ਸੀ। ਪਰ ਅੱਜ ਮਾਫ ਕਰਿਓ, ਸਾਨੂੰ ਅੰਮ੍ਰਿਤਧਾਰੀਆਂ ਨੂੰ ਅੰਮ੍ਰਿਤਧਾਰੀਆਂ 'ਚ ਗੁਰੂ ਗੋਬਿੰਦ ਸਿੰਘ ਨਹੀਂ ਦੀਦਾ। ਇੱਕ ਦੋ ਨਫ਼ਰਤ ਹੈ, ਸਤਿ ਸ੍ਰੀ ਅਕਾਲ ਵੀ ਜਾਂਦੀ ਲੱਗੀ ਹੈ, ਫਤਿਹ ਦੀ ਸਾਂਝ ਵੀ ਮੁੱਕਦੀ ਜਾ ਰਹੀ ਸਾਡੀ। ਇਹ ਹਾਲ ਸਾਡਾ ਬਣਦਾ ਜਾ ਰਿਹਾ। ਇਹਨ ਸਾਡੇ ਜਥੇਬੰਦੀ ਤੋਂ ਅੰਮ੍ਰਿਤ ਨਹੀਂ ਛਕਿਆ ਜੀ। ਤੇਰੀ ਜਥੇਬੰਦੀ ਕਿਹੜੀ ਹੈ? ਅੰਮ੍ਰਿਤ 10 ਪਾਤਸ਼ਾਹ ਦਾ ਕਿ ਤੇਰਾ? ਹੁਣ ਅੰਮ੍ਰਿਤ ਵੀ ਆਪੋ ਆਪਣੇ ਬਣਾ ਲਿਆ, ਰਹਿਤ ਮਰਜ਼ਾਦਾ ਆਪੋ ਆਪਣੀ ਬਣਾ ਲਈ। ਅਤੇ ਗੁਰੂ ਮਹਾਰਾਜ ਨੇ ਕਿਹਾ ਸੀ ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਪਰ ਅਸੀਂ ਹੁਣ ਜੁਦੇ ਆਪੋ ਆਪਣੇ ਪੱਖ ਖਿੱਚਣੇ ਸ਼ੁਰੂ ਕਰ ਦਿੱਤੇ। ਇਸੇ ਕਰਕੇ ਮਾਰ ਖਾ ਰਹੇ ਹਾਂ। ਆ ਟਕੇ ਦੇ ਬੰਦੇ ਆ ਕੇ ਧਰਮ ਸਥਾਨਾਂ ਦੇ ਹੌਸਲਾ ਕਿਉਂ ਕਰਦੇ ਆ? ਕੀੜੀ ਜਿਹੜੀ ਹੁਣ ਗੇਟ ਰਾਹੀਂ ਨਹੀਂ, ਹੁਣ ਤੇੜ ਦੇਖਦੀ ਹੈ, ਤੇੜ ਲਾਈਦੀ ਨਾ ਕੀੜੀ। ਇਹ ਸਾਡਾ ਹਾਲ ਹੋਣ ਕਰਕੇ ਟਕੇ ਦੇ ਬੰਦੇ ਆ ਕੇ ਲਲਕਾਰਨ ਲੱਗ ਪਿਆ। ਅਤੇ ਜੇ ਸਾਡੀ ਯੂਨਿਟੀ ਹੋਵੇ, ਮੋਹਰੇ ਬੈਠਾ ਹੋਵੇ ਸ਼ੇਰ ਤੇ ਗਿੱਦੜ ਆ ਜਾਓ ਉੱਥੇ। ਹੁਣ ਗਿੱਦੜ ਬਣ ਗਏ ਨਾ, ਸ਼ੇਰ ਨਹੀਂ ਰਹੇ। ਸ਼ੇਰ ਹੋਵੇ ਬੜੇ ਹਾਥੀ ਕੀ ਗੈਂਡੇ ਕੀ ਬੜੇ ਮਾਰੂ ਜਾਨਵਰ ਵੀ ਸ਼ੇਰ ਤੋਂ ਡਰਦੇ ਨੇੜੇ ਨਹੀਂ ਆਉਂਦੇ। ਜੇ ਹੋਵੇ ਵੀ ਸਿੰਘ ਆ ਤਾਂ ਜ਼ੁਰਤ ਪੈ ਜਾਏ
ਖੁਸਰੇ ਬਣ ਗਏ ਹਾਂ, ਖਾਲਸਿਆਂ ਦੀ ਜ਼ਰੂਰਤ ਨਹੀਂ ਰਹਿ ਗਈ ਸਾਡੇ 'ਚ। ਜੇ ਖਾਲਸੇ ਬਣ ਜਾਈਏ, ਖਾਲਸਾ ਤਾਂ ਇੱਕੋ ਹੀ ਬੜਾ ਹੁੰਦਾ। ਬਹੁਤਾ ਸਿੰਘ ਗਰਜਾ ਸਿੰਘ ਦੋਨੋਂ ਪਿੱਠਾਂ ਜੋੜ ਕੇ ਬਹਿ ਗਏ। ਆ ਤਰਨ ਤੋਂ ਜਿਹੜੀ ਚੌਹਾਲ ਰੋਡ ਆ, ਨਾਕਾ ਲਾ ਦਿੱਤਾ। ਕਹਿੰਦੇ ਸਿੱਖਾਂ ਦਾ ਬੀਜ ਨਾਸ ਕਰਤਾ, ਉਹ ਨਾਕਾ ਲਾ ਕੇ ਬਹਿ ਗਏ। ਅਤੇ ਚਿੱਠੀ ਲੈ ਦਿੱਤੀ ਖਾਨ ਬਹਾਦਰ ਨੂੰ, ਕਹਿ ਦਿਓ ਖਾਨੋ ਭਾਬੋ ਨੂੰ, ਬੋਤਾ ਸਿੰਘ ਖੜੋਤਾ, ਆਨਾ ਟਗਾ ਗੱਡੇ ਖੋਤਾ, ਕਹੇ ਸਿੰਘ ਬੋਤਾ, ਰਾਜ ਕਰੇਗਾ ਖਾਲਸਾ ਕੀ ਰਹਿ ਨਾ ਕੋਈ। ਉਹ ਸਿੰਘ ਸੀ ਸਿੰਘ, ਹੁਣ ਬੁਰਕਾ ਰਹਿ ਗਿਆ, ਅੰਦਰ ਰੂਹ ਹੈ ਨਹੀਂ। ਪਰ ਮਹਾਰਾਜ ਨੇ ਤਿਆਰ ਬਣਾਏ ਸੀ। ਇੱਕ ਮੁਖੀ ਕੇਂਦਰਾਂ 'ਤੇ ਜਾ ਕੇ ਕੋਈ ਸਿਰਗਟ ਪੀਵੇ, ਮੁਖੀ ਕੇਂਦਰਾਂ 'ਤੇ ਆ ਕੇ ਹਮਲਾਵਰ ਹੋਣ ਦੀ ਕੋਸ਼ਿਸ਼ ਕਰੇ। ਕਿਉਂ? ਇਹ ਸਾਡੀ ਕਮਜ਼ੋਰੀ ਦਾ ਲਾਭ ਲੈ ਰਹੇ। ਪੂਜਾ ਨੇ ਸਾਡੀ ਮੱਤ ਮਾਰ ਦਿੱਤੀ ਹੈ। ਮਹਾਰਾਜ ਨੇ ਕਿਹਾ ਜੇ ਮਮ ਸਿੱਖ ਪੁਜਾਰੀ ਹੈ ਸੋ ਵੀ ਪੂਜਾਦਕ ਨਾ ਗਏ। ਭਾਈ ਗੁਰਦਾਸ ਨੇ ਕਿਹਾ ਜਿਹੜੀ ਪੂਜਾ ਨਾ ਗੁਰਦੁਆਰੇ ਦੀ ਝਾਲ ਬੇਖੰਡੂ ਪਾਜ, ਜਿਵੇਂ ਖੰਡ ਜ਼ਹਿਰ ਮਿਲੀ ਸਵਾਦਤਾ ਲੱਗਦੀ ਹੈ, ਪਰ ਅੰਦਰ ਜਾ ਕੇ ਕਖੜੀਆਂ ਖੋਲ ਦਿੰਦੀ ਹੈ। ਇਹ ਪੂਜਾ ਨੇ ਸਾਡਾ ਤਪ ਤੇਜ ਖਤਮ ਕਰ ਦਿੱਤਾ। ਤਪ ਤੇਜ ਜਿਹੜਾ ਸੀ ਜਪ ਤਪ ਛੱਡ ਦਿੱਤਾ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਾਵਧਾਨ ਕਰਦੇ ਆ। ਸਾਧੂ ਸੰਗ ਭਜੋ ਗੋਪਾਲ, ਉਹਨਾਂ ਤੱਤ ਵੇਤੇ ਗਿਆਨਵਾਨ, ਮਹਾਂਪੁਰਖਾਂ ਦੀ ਸੰਗਤ ਕਰਕੇ ਭਜਨ ਕਰੋ। ਇੱਥੇ ਦਬੜੂ ਘੁਸੜੂ ਦਾ ਨਾਂ ਨਹੀਂ ਹੈ। ਜਿਹਨੇ ਆਪਣਾ ਆਪ ਸਾਧਿਆ ਹੋਇਆ, ਦਸੇ ਇੰਦਰੇ ਸਾਧ ਸਾਧ ਸਦਾਇਆ, ਉਹਦੀ ਗੱਲ ਕਰਦੇ ਆ। ਸਾਧੂ ਸੰਗ ਭਜੋ ਗੋਪਾਲ, ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਕੇ, ਉਹਨਾਂ ਤੋਂ ਅਕੇਸ਼ਨਾਂ ਲੈ ਕੇ ਗੋਪਾਲ ਦੇ ਨਾਮ ਦਾ ਭਜਨ ਕਰਨਾ ਕਰੋ। ਆਨ ਸੰਜਮ ਕਿਛ ਨਾ ਸੂਝੈ। ਹੋਰ ਆਨ ਜਿਹੜੇ ਸੰਜਮ ਆ ਉਹ ਕਲਯੁਗ ਵਿੱਚ ਸੂਝਿਆ ਨਹੀਂ, ਸੁੱਝਦੇ ਨਜ਼ਰ ਨਹੀਂ ਆਉਂਦੇ। ਇੱਕ ਨਾਮ ਜਪਣ ਦੀ ਮਹਾਨਤਾ ਹੈ। ਇਹ ਜਤਨ ਕਾਟ ਕਲ ਕਾਲ। ਇਹ ਜਿਹੜਾ ਗੁਰੂ ਕੀ ਸੰਗਤ 'ਚ ਆ ਕੇ ਨਾਮ ਦਾ ਅਭਿਆਸ ਕਰਨਾ, ਇਹ ਕਲਯੁਗ ਦੇ ਪਾਪਾਂ ਦੀ ਕਾਲਖ ਨੂੰ ਕੱਟਣ ਦਾ ਕਾਲ ਸਮਾਂ ਹੈ। ਰਹਾਉ ਵਿਸਰਾਮ ਦੇ ਕੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਆਦ ਅੰਤ ਦਇਆਲ ਪੂਰਨ। ਉਹ ਵਾਹਿਗੁਰੂ ਜੀ ਪੂਰਨ ਪਰਮਾਤਮਾ ਹਨ। ਜੇ ਉਹਨਾਂ ਦੀ ਸ਼ਰਨ ਲਈ ਆਦ ਵਿੱਚ ਵੀ, ਮੱਧ ਵਿੱਚ ਵੀ, ਅੰਤ ਵਿੱਚ ਵੀ ਆਪਣੇ ਪਿਆਰਿਆਂ 'ਤੇ ਦਇਆ ਕਰਦੇ ਹਨ, ਦਿਆਲੂ ਹਨ। ਤਿਸ ਬਿਨਾ ਨਹੀਂ ਕੋਏ। ਉਹ ਜਿਹੜੇ ਗੁਰਮੁਖ ਪਿਆਰੇ ਦ੍ਰਿੜ ਵਿਸ਼ਵਾਸ ਵਾਲੇ ਹਨ, ਉਹ ਕਹਿੰਦੇ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਵੀ ਰਖਵਾਲਾ ਨਹੀਂ। ਮਾਨੋ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਜਿਸ ਕੈ ਦਿਆ ਰਹਿ ਅਗਾਏ, ਪੌਰਨ ਤ੍ਰਿਸ਼ਨਾ ਲਾਗੈ ਆਏ। ਮਹਾਰਾਜ ਰੱਖੇ ਕੋ ਆਪ। ਏਡਾ ਦ੍ਰਿੜ ਭਰੋਸਾ ਉਹਨਾਂ ਦਾ, ਇਸ ਕਰਕੇ ਕਹਿੰਦੇ ਉਹ ਪੂਰਨ ਆ। ਆਦ ਮੱਧ ਅੰਤ ਰੱਖਿਆ ਕਰਨ ਦੀ ਸਮਰੱਥ ਹੈ। ਜਨਮ ਮਰਨ ਨਿਵਾਰ ਹਰ ਜਪ। ਹਰੀ ਦੇ ਨਾਮ ਦਾ ਜਪ ਕਰਕੇ, ਸਿਮਰਨ ਕਰਕੇ ਇਹ ਜੰਮਣ ਮਰਨ ਦਾ ਜਿਹੜਾ ਚੱਕਰ ਆਵਾਗਮਨ ਦਾ, ਇਸ ਨੂੰ ਨਿਵਾਰ ਮੈਨੇ ਨਿਵਰਤ ਕਰ ਲੈਣਾ ਕਰੋ। ਸਿਮਰ ਸੁਆਮੀ ਸੋਏ। ਉਹ ਜਿਹੜਾ ਸੁਆਮੀ ਸੋਭਾ ਸੰਯੁਕਤ ਪਰਮੇਸ਼ਰ ਆ, ਜੋ ਸਾਨੂੰ ਸਤਿਗੁਰੂ ਜੀ ਨੇ ਵਿਧੀ ਦੱਸੀ ਹੈ, ਉਹਦੇ ਮੁਤਾਬਕ ਉਹਦੇ ਨਾਮ ਦਾ ਸਿਮਰਨ ਕਰਨਾ ਕਰੋ। ਵੇਦ ਸਿਮਰਤ ਕਥੈ ਸਾਸਤ। ਸਾਰੇ ਵੇਦ 27 ਸਿਮਰਤੀਆਂ, 18 ਪੁਰਾਣ, 6 ਸ਼ਾਸਤਰ, ਉਹ ਵੀ ਇਹ ਗੱਲ ਦੱਸਦੇ ਹਨ। ਭਗਤ ਕਰਹਿ ਵਿਚਾਰ। ਜਿਹੜੇ ਸੰਤ ਭਗਤ ਉਹ ਵੀ ਇਸ ਗੱਲ ਦੀ ਵਿਚਾਰ ਕਰਦੇ ਹਨ। ਮੁਕਤ ਪਾਈਐ ਸਾਧ ਸੰਗਤ। ਜਦੋਂ ਵੀ ਕਿਸੇ ਨੇ ਭੈੜੇ ਕਰਮਾਂ ਤੋਂ ਮੁਕਤੀ, ਮਾੜੇ ਕੰਮਾਂ ਦੇ ਬੰਧਨਾਂ ਤੋਂ ਛੁਟਕਾਰਾ ਪਾਉਣਾ, ਸਾਧ ਸੰਗਤ ਕਰਕੇ ਛੁਟਕਾਰਾ ਹੁੰਦਾ ਹੈ। ਬਿਨਸ ਜਾਏ ਅੰਧਾਰ। ਹਿਰਦੇ ਵਿੱਚ ਜਿਹੜਾ ਅਗਿਆਨਤਾ ਦਾ ਹਨੇਰਾ, ਇਹ ਵੀ ਨਾਸ ਹੋ ਜਾਂਦਾ। ਇਹ ਹਨੇਰਾ ਜਿਹੜਾ ਮੁੱਢ ਤੋਂ ਬੰਦੇ ਦਾ ਬੈਰੀ ਰਿਹਾ ਨਾ, ਇਹਨੂੰ ਦੂਰ ਕਰਨ ਵਾਸਤੇ ਬੰਦੇ ਨੇ ਕਿੰਨੇ ਅਡੰਬਰ ਕੀਤੇ। ਦੀਵੇ ਆ ਗਏ, ਲਾਲਟਣ ਆ ਗਈਆਂ, ਗੈਸ ਆ ਗਿਆ, ਹੁਣ ਬਿਜਲੀ ਆ ਗਈ। ਅਤੇ ਕਿੰਨੇ ਪਗੋਡੇ ਆ, ਮੰਦਰ ਆ, ਮਸੀਤਾਂ, ਗੁਰਦੁਆਰੇ ਆ, ਕਿੰਨੇ ਸਕੂਲ, ਕਾਲਜ, ਯੂਨੀਵਰਸਿਟੀਆਂ। ਇਹ ਬੰਦੇ ਨੂੰ ਸਿੱਖਿਆ ਦੇਣ ਵਾਸਤੇ। ਪਸ਼ੂ ਪੰਛੀਆਂ ਨੂੰ ਸਿੱਖਿਆ ਲਈ ਤਾਂ ਸਕੂਲ ਹੈ ਨਹੀਂ ਨਾ।
ਉਹ ਜਿੱਥੇ ਰੱਬ ਨੇ ਖੜੇ ਕੀਤੇ ਉੱਥੇ ਹੀ ਖੜੇ। ਇਹ ਜਿਹੜਾ ਬੰਦਾ ਇਹਨੂੰ ਚਾਰ ਪੁਕਾਰੈ ਨਾ ਤੂੰ ਮਾਨੈ, ਖਟ ਪੀ ਏਕਾ ਬਾਤ ਬਖਾਨੈ, 10 ਅਸ਼ਟੀ ਮਿਲੇ ਕੋ ਕਹਿਆ, ਤਾਂ ਵੀ ਜੋਗੀ ਭੇਦ ਨਾ ਲਹਿਆ, ਤੇਰੀ ਕਿੰਕਰੀ ਅਨੂਪ ਬਾਜੈ, ਜੋਗੀ ਦੇ ਮਨ ਮਿੱਠੀ ਲੱਗਾ। ਇਹ ਨਹੀਂ ਸਮਝ ਰਿਹਾ, ਇਹ ਐਡਾ ਮੋੜ ਆਫਰਿਆ ਹੋ ਕੇ ਵਰਤ ਰਿਹਾ, ਇਹ ਸਮਝਦਾ ਹੀ ਨਹੀਂ, ਆਪਣੀ ਮੱਤ ਨੂੰ ਅੱਗੇ ਰੱਖਦਾ ਹੈ। ਬਹੁਤ ਸਿਆਣ ਜਮਕਾ ਭੋਬਿਆ ਪੈ, ਜਿਵੇਂ ਫਲਾਤੂ ਆਪਣੇ ਵਰਗੇ ਮਸਾਲੇ ਦੇ ਬਣਾ ਰਿਹਾ। ਜਮਰਾਜ ਨੇ ਕਿਹਾ ਲਾਓ ਫਲਾਤੂ, ਜਿਹੜੇ ਦੂਤ ਆਏ ਉਹ ਕਹਿੰਦੇ ਜੀ ਉੱਥੇ ਫਲਾਤੂ ਗਈ ਹੈ, ਕਹਿੰਦੇ ਜਾ ਕੇ ਕਿਉਂ ਇਹ ਹੋਰ ਤਾਂ ਵੀ ਬਹੁਤ ਵਧੀਆ, ਆਹ ਨੱਕ 'ਚੋਂ ਨੁਕਸ ਜਿਹਾ, ਬੰਦਾ ਨੱਕ 'ਤੇ ਮੱਖੀ ਬਹਿਣ ਨਹੀਂ ਦਿੰਦਾ ਹੁੰਦਾ। ਉਹ ਕਹਿੰਦੇ ਹੋਰ ਤਾਂ ਵੀ ਠੀਕ ਹੈ, ਜੇ ਹੁੰਦਾ ਨਾ ਚਿੱਤਰਕਾਰ ਦੱਸਦੇ ਪਏ ਨੱਕ 'ਚ ਤੇ ਹਿੱਲ ਪਿਆ, ਕਹਿੰਦੇ ਕਿਉਂ ਬਕਵਾਸ ਕਰਦੇ ਆ, ਕਿੱਥੇ ਨੁਕਸ ਹੈ? ਕਹਿੰਦੇ ਹਾਏ ਨੁਕਸ ਜਿਹੜਾ ਲੁਕਿਆ ਬੈਠਾ ਸੀ। ਹਾਏ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਇਹ ਨਹੀਂ ਫਿਰ ਚੱਲਦੀ ਕਿ ਜਮਰਾਜ ਦੂਤ ਲੈ ਗਿਆ ਧੋਣੋਂ ਫੜ ਕੇ। ਇਸ ਕਰਕੇ ਮਹਾਰਾਜ ਕਹਿੰਦੇ ਹੈ ਕਿ ਇਹ ਮੁਕਤੀ ਜਿਹੜੀ ਹੈ ਸਾਧ ਸੰਗਤ ਕਰਕੇ ਪ੍ਰਾਪਤ ਹੁੰਦੀ, ਇਉਂ ਚਤਰਾਈਆਂ ਨਾ ਨਹੀਂ। ਅਤੇ ਜਦੋਂ ਨਿਮਾਣਾ ਹੋ ਕੇ ਗੁਰੂ ਚਰਨਾਂ ਚਾਹੀਏ, ਗੁਰੂ ਦੀ ਕਿਰਪਾ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਚਰਨ ਕਮਲ ਆਧਾਰ ਜਨ ਕਾ, ਜਿਹੜੇ ਜਨ ਸੇਵਕ ਹਨ ਉਹਨਾਂ ਨੂੰ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦਾ ਆਧਾਰ ਆਸਰਾ ਹੈ। ਰਾਸ ਪੂੰਜੀ ਏਕ, ਇੱਕ ਪਰਮੇਸ਼ਰ ਦਾ ਨਾਮ ਉਹਨਾਂ ਦੀ ਰਾਸ, ਇਹ ਪੂੰਜੀ ਹੈ, ਇਹ ਉਹਨਾਂ ਦਾ ਬਰਤਨ ਬਾਲੇਵਾ ਹੈ। ਤਾਣ ਮਾਨ ਦੀਵਾਨ ਸਾਚਾ, ਜੇ ਉਹਨਾਂ ਦੇ ਸਰੀਰ 'ਚ ਤਾਣ ਵਾਲਿਆ ਉਹ ਵੀ ਉਹਦੀ ਕਿਰਪਾ ਨਾਲ, ਜੇ ਮਨ ਕਰਕੇ ਮਾਣਿਆ ਇਹ ਵੀ, ਜੇ ਦੀਵਾਨ ਆਸਰਾ ਉਹ ਵੀ ਰੱਬੀ ਬਾਣੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੀ ਆਸਰਾ ਹੈ। ਨਾਨਕ ਕੀ ਪ੍ਰਭ ਟੇਕ, ਪਾਤਸ਼ਾਹ ਕਹਿੰਦੇ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਟੇਕ ਆਸਰਾ। ਅਤੇ ਜਦੋਂ ਹੁਣ ਸੁਲਹੀ ਖਾਂ ਜਾਂ ਸੁਲਵੀ ਖਾਂ ਚੜ੍ਹ ਕੇ ਆਏ, ਕਿੰਨੀਆਂ ਸਾਜ਼ਿਸ਼ਾਂ ਰਚੀਆਂ, ਅਤੇ ਗੁਰਸਿੱਖ ਕਹਿਣ ਲੱਗੇ ਮਹਾਰਾਜ ਆਪਾਂ ਵੀ ਪਾਪ ਕਰੀਏ, ਕੀ ਪਾ ਕਰੀਏ, ਕੋਈ ਚਿੱਠੀ ਚੁਪੱਠੀ ਕਰੀਏ, ਕੋਈ ਡੈਪੂਟੇਸ਼ਨ ਭੇਜੀਏ। ਅਤੇ ਮਹਾਰਾਜ ਨੇ ਕੀ ਵਚਨ ਗਾਇਆ ਸੀ? ਪ੍ਰਾਥਮੇ ਮਤਾ ਇਹ ਪੱਤਰੀ ਚਲਾਵੋ, ਦੂਤੀਆ ਮਤਾ ਦੋ ਮਨੁੱਖ ਪੈ ਪਹੁੰਚਾਵੋ, ਤ੍ਰਿਤੀਆ ਮਤਾ ਕਿਛ ਕਰੋ ਪਾਇਆ। ਅਤੇ ਪਾਤਸ਼ਾਹ ਨੇ ਕੀ ਕਿਹਾ ਸੀ? ਮੈਂ ਸਭ ਕਿਛ ਛਾੜ ਪ੍ਰਭ ਤੁਮੇ ਧਿਆਇਆ। ਇਹ ਵਚਨ ਕਹਿ ਸੀ ਨਾ ਧੰਨ ਗੁਰੂ ਅਰਜਨ ਸਾਹਿਬ, ਕਹਿੰਦੇ ਸਾਨੂੰ ਨਹੀਂ ਲੋੜ। ਅਤੇ ਬਾਣੀ ਦਾ ਬਾਣ ਛੱਡਿਆ ਫਿਰ, ਇੱਕ ਟੋਡੀ ਰਾਗ 'ਚੋਂ, ਇੱਕ ਬਲਾਵਲ 'ਚੋਂ, ਨਿੰਦਾ ਗੁਰ ਕਿਰਪਾ ਤੇ ਹਟ, ਸੁਲਹੀ ਤੇ ਨਾਰਾਇਣ ਰਾਗ। ਉਹ ਜਿਹੜਾ ਸੁਲਭੀ ਕੰਮ ਸੀ ਉੱਥੇ ਗਿਆ, ਸ਼ਿਕਾਰ ਨਿਕਲਿਆ, ਘੋੜਾ ਭਜਾਇਆ, ਉਹ ਮੱਥੇ 'ਚ ਇੱਲ ਵੱਜੀ ਅਤੇ ਪੱਠੇ ਦੇ ਪੰਜਾਬੇ ਥੱਲੇ ਆ ਗਏ ਸੀ, ਉੱਤੇ ਛਾਈ ਆਈ ਹੋਈ ਸੀ। ਘੋੜਾ ਜਾ ਚੜ੍ਹਿਆ ਅਤੇ ਗਲ 'ਚ ਤਰਸੂਲ ਦੀ ਸ਼ਕਲ ਦਾ ਹਥਿਆਰ ਜਿਹਾ ਪਾਇਆ ਸੀ, ਵਿੱਚੇ ਪੁਰਨ ਹੋ ਕੇ ਝੁਲਸ ਕੇ ਵਿੱਚੇ ਮਰ ਗਿਆ। ਉਹ ਜਿਹੜਾ ਸੁਲਭੀ ਗਾਉਂ ਦਾ ਭਤੀਜਾ, ਉਹ ਤਨਖਾਹ ਲੈਣੀ ਸੀ, ਤਨਖਾਹ ਦੇ, ਉੱਥੇ ਬਹਿਸ ਹੋ ਗਈ, ਉਹਨੂੰ ਛੁਰਾ ਮਾਰ ਕੇ ਉਹਨੂੰ ਹਰੀਹਰ ਕਰਤਾ। ਸੋ ਇਸ ਕਰਕੇ ਹੈ, ਇਹ ਹੈ ਬਾਣੀ ਦਾ ਬਾਣ। ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਗੁਰਬਾਣੀ ਵਿੱਚੋਂ ਵਿਚਾਰਾਂ ਸ਼ਰਵਣ ਕੀਤੀਆਂ। ਸਮਾਂ ਸੰਪੂਰਨ ਹੋ ਗਿਆ, ਕਿਉਂਕਿ ਰਾਗੀ ਸਿੰਘ ਢਾਡੀ ਸਿੰਘ ਉਹਨਾਂ ਨੇ ਵੀ ਆਪਣੀ ਸੇਵਾ ਤੁਹਾਡੇ ਚਰਨਾਂ 'ਚ ਕਰਨੀ ਹੈ, ਅਤੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਪ੍ਰਬੰਧਕਾਂ ਦਾ, ਸਮੂਹ ਸੰਗਤ ਦਾ ਬਹੁਤ ਬਹੁਤ ਸਾਰੇ ਸੇਵਾਦਾਰਾਂ ਦਾ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਬਖਸ਼ਿਸ਼ ਕਰਨ, ਔਰ ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਅੱਜ ਇਤਨਾ ਹੀ। ਕੱਲ੍ਹ ਦੇ ਦੀਵਾਨ ਵਿੱਚ ਫਿਰ ਆਪ ਜੀ ਨੇ ਗੁਰੂ ਮਹਾਰਾਜ ਚਰਨਾਂ 'ਚ ਆਉਣ ਦੀ ਕਿਰਪਾਲਤਾ ਕਰਨੀ। ਆਪਾਂ ਫਿਰ ਅਗਲੀ ਵਿਚਾਰ ਗੁਰੂ ਮਹਾਰਾਜ ਤੋਂ ਓਟ ਲੈ ਕੇ ਫਿਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ, ਤਾਣ ਮਾਨ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ